ਘੈਂਟ ਪੰਜਾਬ ਨੂੰ ਪਿਆਰ ਕਰਨ ਵਾਲੇ ਦੋਸਤੋ, ਮੈਂ ਜਾਨੀ ਕਮਲਜੀਤ ਸਿੰਘ ਤੁਹਾਨੂੰ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੈ ਵਿੱਚ ਜੀ ਆਇਆਂ ਆਖਦਾ, ਸਵਾਗਤ ਕਰਦਾ ਹਾਂ। ਮੇਰੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਚਾਰ ਚਫੇਰੇ ਹਨੇਰਾ ਭਾਵੇਂ, ਚਾਨਣ ਦਾ ਕੁਝ ਕਰੀਏ, ਜਿੱਥੇ ਸੂਰਜ ਉੱਪੜ ਨਾ ਸਕੇ, ਬੱਤੀ ਬਾਲ ਬਨੇਰੇ ਧਰੀਏ। ਪ੍ਰੋਫੈਸਰ ਕਰਮਜੀਤ ਸਿੰਘ ਉਹਨਾਂ ਦੇ ਦਿਲ ਵਿੱਚੋਂ ਮੈਨੂੰ ਇਹ ਨਿਕਲੀ ਰੂਕ ਲੱਗਦੀ ਹੈ। ਪ੍ਰੋਫੈਸਰ ਕਰਮਜੀਤ ਸਿੰਘ ਜਿਹੜੇ ਕਿ ਰਜਿਸਟਰ ਪੰਜਾਬ ਯੂਨੀਵਰਸਿਟੀ ਹਨ ਨੇ ਕੈਂਪਸ ਦੇ ਪ੍ਰਬੰਧਕੀ ਬਲਾਕ ਉੱਤੇ ਦੇ ਬਨੇਰੇ ਉੱਤੇ ਜਿਹੜਾ ਦੀਵਾ ਬਾਲ ਕੇ ਰੱਖਿਆ ਹੋਇਆ ਹੈ, ਤਾਂ ਕਿ ਜਿਹੜੇ ਉਹਨਾਂ ਦੇ ਮਿੱਤਰ ਆ ਉਹ ਚਾਨਣ ਦੇ ਵਿੱਚ ਉਹਨਾਂ ਨਾਲ ਸੰਪਰਕ ਬਣਾ ਸਕਣ। ਪ੍ਰੋਫੈਸਰ ਕਰਮਜੀਤ ਸਿੰਘ ਉਹਨਾਂ ਦੀ ਜਿਹੜੀ ਸ਼ਖਸੀਅਤ ਆ ਉਹ ਵਿੱਚ ਇੱਕ ਜਾਦੂ ਹੈ, ਜਿਹੜਾ ਇਹਨਾਂ ਨੂੰ ਮਿਲਦਾ ਹੈ ਉਹ ਇਹਨਾਂ ਦਾ ਹੋ ਕੇ ਰਹਿ ਜਾਂਦਾ ਹੈ। ਹੋਰ ਤਾਂ ਹੋਰ ਲੋਕ ਇਹਨਾਂ ਨੂੰ ਇੱਕ ਮਹਿਬੂਬਾ ਦੀ ਤਰ੍ਹਾਂ ਪਿਆਰ ਕਰਦੇ ਹਨ। ਪ੍ਰੋਫੈਸਰ ਕਰਮਜੀਤ ਸਿੰਘ ਉਹਨਾਂ ਨੇ ਆਪਣੀ ਜਿਹੜੀ ਜੀਵਨ ਦੀ ਸ਼ੁਰੂਆਤ ਆ ਉਹ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰਕੇ ਉਹ ਅੱਜ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਦੇ ਅਹੁਦੇ ਤੇ ਪਹੁੰਚੇ ਹਨ। ਪ੍ਰੋਫੈਸਰ ਸਾਹਿਬ, ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਤੁਣਕਾ ਤੁਣਕਾ ਵਿੱਚ ਜੀ ਆਇਆਂ ਆਖਦੇ ਹਾਂ, ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਡਾ ਜਿਹੜਾ ਜਨਮ ਹੈ ਉਹ ਅੰਮ੍ਰਿਤਸਰ ਵਿੱਚ ਹੋਇਆ। ਤੁਸੀਂ ਮੈਨੂੰ ਆਪਣੇ ਬਚਪਨ, ਜਦੋਂ ਤੁਸੀਂ ਅਜੇ ਤੋਤਲੀਆਂ ਗੱਲਾਂ ਕਰਦੇ ਸੀਗੇ, ਉਹ ਜਾਂ ਤੁਹਾਡੇ ਜਿਹੜੇ ਜਨਮ ਨਾਲ ਜੁੜੀ ਕੋਈ ਸੰਬੰਧਿਤ ਘਟਨਾ ਆ ਤੁਹਾਡੇ ਚੇਤਿਆਂ 'ਚ ਵਸੀ ਹੋਵੇ ਜਾਂ ਤੁਹਾਡੇ ਮਾਤਾ ਜੀ ਨੇ ਕੋਈ ਸੁਣਾਈ ਹੋਵੇ, ਕੋਈ ਸਾਨੂੰ ਅਜਿਹੀ ਜਿਹੀ ਦੱਸੋ ਜਿਹਦੇ ਨਾਲ ਤੁਸੀਂ ਜਾਂ ਤੁਹਾਡੇ ਪੇਰੈਂਟਸ ਨੇ ਇੱਕ ਸੰਕਟ ਦਾ ਸਮਾਂ ਦੇਖਿਆ ਹੋਵੇ ਜਦੋਂ ਤੁਹਾਡੀ ਅਜੇ ਗੁੱਡੀ ਨਹੀਂ ਸੀ ਚੜੀ, ਤੁਹਾਡੀ ਜਾਂ ਤੁਹਾਡੇ ਪਰਿਵਾਰ ਦੀ। ਬਨਵੈਤ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਘੈਂਟ ਪੰਜਾਬ ਦਾ ਬਹੁਤ ਹੀ ਸ਼ੁਕਰਗੁਜ਼ਾਰ ਹਾਂ, ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਉਹਨਾਂ ਨੇ ਇਹ ਉਪਰਾਲਾ ਕਿ ਤੁਣਕਾ ਤੁਣਕਾ ਕਰਕੇ ਗੁੱਡੀ ਚੜ੍ਹਦੀ ਹੈ, ਇਹ ਜਿਹੜਾ ਸ਼ਬਦ ਚੁਣਿਆ ਹੈ ਇਹ ਦਿਲ ਨੂੰ ਟੁੰਬਣ ਵਾਲਾ ਹੈ। ਮੇਰੀ ਚਾਹੁੰਦੇ ਆ ਬਹੁਤ ਬਹੁਤ ਵਧੀਆ ਗੱਲ ਹੈ, ਔਰ ਕਿਉਂਕਿ ਇਹ ਇੰਨਾ ਕੁ ਵਧੀਆ ਲੱਗਦਾ ਹੈ ਕਿ ਆਪਣੇ ਆਪ ਦੀ ਗੱਲ ਕਰਨ ਨੂੰ ਵੀ ਅੱਛੀ ਲੱਗਦੀ ਹੈ ਕਿ ਜਦੋਂ ਮੈਂ ਪਿੱਛੇ ਝਾਤੀ ਮਾਰਦਾ, ਮੈਂ ਬਨਵੈਤ ਜੀ ਦੋ ਤਿੰਨ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਦਾ ਆਪਣੇ ਜ਼ਿੰਦਗੀ ਦੀਆਂ। ਅਸੀਂ ਗੁਰੂ ਦੀ ਨਗਰੀ, ਗੁਰੂ ਰਾਮਦਾਸ ਦੀ ਨਗਰੀ ਵਿੱਚ ਮੇਰਾ ਜਨਮ ਹੋਇਆ। ਭਾਵੇਂ ਸ਼ਹਿਰ 'ਚ ਸੀਗਾ ਪਰ ਹੈ ਪਿੰਡ ਦਾ ਮਾਹੌਲ ਸੀਗਾ, ਅਸੀਂ ਸ਼ਹਿਰ ਤੋਂ ਬਾਹਰ ਰਹਿੰਦੇ ਸੀਗੇ। ਅੱਛਾ ਜੀ। ਤੇ ਉਹਨਾਂ ਖੇਤਾਂ 'ਚ ਹੁੰਦੇ ਸੀ, ਲਗਭਗ ਸਾਡੇ ਘਰ ਲੱਗੇ ਸੂਆ ਲੱਗਦਾ ਸੀ ਇੱਕ। ਅੱਛਾ ਜੀ। ਤੇ ਸੂਆ ਮਤਲਬ ਸੂਆ ਨਹਿਰ ਨੂੰ ਆਪਾਂ ਕਹਿੰਦੇ, ਪੰਜਾਬੀ 'ਚ ਸੂਆ ਕਹਿੰਦੇ, ਸਾਡੇ ਸੂਆ ਕਹਿੰਦੇ ਸੀ ਉਦੋਂ। ਤੇ ਸਾਡੇ ਘਰ ਦੀ ਪਛਾਣ ਇਹ ਸੀਗੀ ਕਿ ਵੀ ਉਹ ਅੰਮ੍ਰਿਤਸਰ ਦੇ ਵਿੱਚ ਰਾਮਨਗਰ ਲੱਗੇ ਪਾਗਲਖਾਨਾ ਵਾ, ਤੇ ਉੱਥੇ ਲੱਗੇ ਰਹਿੰਦੇ ਆ। ਉੱਥੇ ਜਿਹੜੀ ਸਾਡੇ ਪਰਿਵਾਰ 'ਚ ਮੈਂ ਮੈਟ ਰਾਜਪੂਤ, ਅਸੀਂ ਪਰਿਵਾਰ ਦਾ ਸੰਬੰਧ ਰੱਖਦਾ ਹਾਂ, ਤੇ ਸਾਡੇ ਪਰਿਵਾਰ ਦੇ ਵਿੱਚ ਪੜ੍ਹਾਈ ਦਾ ਕੋਈ ਨਾਂ ਨਿਸ਼ਾਨ ਨਹੀਂ ਸੀ ਹੈ। ਅੱਛਾ। ਮੇਰੇ ਦਾਦਕੇ ਤੇ ਨਾਨਕੇ ਬੜਾ ਵੱਡਾ ਪਰਿਵਾਰ ਸੀ। ਦਾਦਕਾ ਪਰਿਵਾਰ, ਨਾਨਕਾ ਪਰਿਵਾਰ ਵਿੱਚੋਂ ਕੋਈ ਬੰਦਾ ਵੀ 10ਵੀਂ ਤੋਂ ਉੱਪਰ ਨਹੀਂ ਕਾਲਜ ਨਹੀਂ ਗਿਆ ਸੀਗਾ। ਅੱਛਾ। ਤੇ ਮੇਰੇ ਪਿਤਾ ਜੀ ਨੂੰ ਬਹੁਤ ਸ਼ੌਂਕ ਸੀਗਾ ਕਿ ਮੇਰੇ ਬੱਚਾ ਪੜ੍ਹੇ। ਉਹਨਾਂ ਨੇ ਉਸ ਸਮੇਂ ਦੇ ਜਿਹੜਾ ਸਕੂਲ ਸੀਗਾ ਮੈਨੂੰ ਪਾਇਆ। ਮੈਂ ਪੜ੍ਹਾਈ ਵਿੱਚ ਬਹੁਤ ਵਧੀਆ ਸੀਗਾ। ਮੈਨੂੰ ਮੇਰੇ ਪਿਤਾ ਜੀ ਦੀ ਖਾਸ ਗੱਲ ਸੀ, ਪੈਸਾ ਸਾਡੇ ਕੋਲ ਨਹੀਂ ਸੀ ਹੁੰਦਾ, ਲੇਕਿਨ ਉਹਨਾਂ ਦਾ ਪਿਆਰ, ਉਹਨਾਂ ਦੀ ਜਿਹੜੀ ਖਾਸ ਗੱਲ ਜਿਹੜੀ ਹੈ ਮੈਨੂੰ ਸਮਝ ਲੱਗਦੀ ਹੈ ਕਿ ਉਹ ਹਮੇਸ਼ਾ ਹੀ ਨਾ ਉਹ ਵਧਾ ਕੇ ਗੱਲ ਕਰਦੇ ਸੀਗੇ ਕਿ ਤੂੰ ਮੁੰਡਾ, ਤੂੰ ਬਹੁਤ ਵਧੀਆ, ਤੂੰ ਬਹੁਤ ਇੰਟੈਲੀਜੈਂਟ ਹੈ। ਚੜ੍ਹਦੀ ਕਲਾ ਬੱਚੇ, ਮੈਨੂੰ ਚੜ੍ਹਦੀ ਕਲਾ ਰੱਖਣਾ ਉਹਨਾਂ ਦਾ ਆਪਣਾ ਸੁਭਾਅ ਹੀ ਚੜ੍ਹਦੀ, ਉਹਨਾਂ ਦਾ ਆਪਣਾ ਚੜ੍ਹਦੀ ਕਲਾ ਸੁਭਾਅ। ਉਹ ਸੁਭਾਅ ਕਰਕੇ ਮੈਂ ਕੋਈ ਵੀ ਅਚੀਵਮੈਂਟ ਕਰਨੀ ਉਹਨਾਂ ਨੇ ਬਹੁਤ ਖੁਸ਼ ਹੋਣਾ। ਤੇ ਪੜ੍ਹਾਈ 'ਚ ਮੈਂ ਠੀਕ ਸੀਗਾ। ਤੇ ਸਾਡੇ ਜ਼ਮਾਨੇ 'ਚ ਕੀ ਹੁੰਦਾ ਸੀਗਾ ਕਿ ਪੜ੍ਹਿਆ ਲਿਖਿਆ ਬਹੁਤਾ ਹੈ ਨਹੀਂ ਸੀ, ਤੇ ਸਕੂਲ 'ਚ ਜਿਹੜਾ ਬੰਦਾ ਫਸਟ ਆ ਗਿਆ 2 ਵਾਰੀ, ਉਹਨੂੰ ਕਲਾਸ ਜੰਪ ਕਰ ਦਿੰਦੇ ਸੀ। ਅੱਛਾ, ਠੀਕ ਹੈ। ਤੇ ਮੈਂ ਬਨਵਾ ਜੀ 5ਵੀਂ ਨਹੀਂ ਕੀਤੀ। ਅੱਛਾ। ਮੈਂ 8ਵੀਂ ਨਹੀਂ ਕੀਤੀ, ਤੀਜੀ ਨਹੀਂ ਕੀਤੀ, ਛੱਪੇ ਮਾਰੇ। ਔਰ ਮੈਂ 13 ਸਾਲ ਦਾ ਮੈਂ 10ਵੀਂ ਪਾਸ ਕਰ ਗਿਆ। ਔਰ ਜਦੋਂ ਮੈਂ PBN ਸਕੂਲ 'ਚ 10ਵੀਂ ਪਾਸ ਕੀਤੀ, ਬੜਾ ਸਾਡਾ PBN ਸਕੂਲ ਸੀਗਾ, ਤੇ ਉਹ ਮੇਰਾ ਰਿਜ਼ਲਟ ਰੁਕਿਆ ਕਿ 13 ਸਾਲ 'ਚ 1976 ਦੀ ਗੱਲ ਹੈ। 76 ਦੇ ਵਿੱਚ 13 ਸਾਲ ਦਾ ਬੱਚਾ ਪਾਸ ਨਹੀਂ ਕਰਦਾ ਸੀ। ਫਿਰ ਇਹਨਾਂ ਦੀ ਮੀਟਿੰਗ ਹੋਈ, ਸਾਨੂੰ ਪਤਾ ਲੱਗਿਆ ਮੇਰਾ ਰਿਜ਼ਲਟ ਬਾਅਦ 'ਚੋਂ ਆਇਆ। ਉਹ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਮੈਂ ਉਸ ਟਾਈਮ ਮੇਰੀ ਫਸਟ ਡਿਵੀਜ਼ਨ ਆਈ, ਤੇ ਮੇਰਾ ਪੰਜਾਬ ਗੌਰਮੈਂਟ ਦਾ ਸਕੋਲਰਸ਼ਿਪ ਲੱਗਿਆ।
ਉਦੋਂ ਮਤਲਬ ਜੇ ਕਿਸੇ ਦੀ ਫਸਟ ਕਲਾਸ ਆਉਂਦੀ ਸੀ ਤਾਂ ਜ਼ਿਲ੍ਹੇ 'ਚ ਰੌਲੀ ਪੈ ਜਾਂਦੀ ਸੀ, ਜ਼ਿਲ੍ਹੇ ਰੌਲੀ ਪੈ ਮੁੰਡਾ ਮੁੰਡਾ ਫਸਟ ਆ ਗਿਆ। ਮੈਂ ਫਸਟ ਮੇਰੀ ਪੋਜੀਸ਼ਨ ਆਈ ਤੇ ਮੈਨੂੰ ਸਕਾਲਰਸ਼ਿਪ ਲੱਗ ਗਿਆ। ਤੇ ਸਕਾਲਰਸ਼ਿਪ ਲੱਗ ਗਿਆ ਤੇ ਘਰ ਦੇ ਵਿੱਚ ਪੜ੍ਹਿਆ ਲਿਖਿਆ ਕੋਈ ਹੈ ਨਹੀਂ ਸੀਗਾ ਤੇ ਪਤਾ ਨਾ ਲੱਗੇ ਕਰਨਾ ਕੀ ਬਾਅਦ ਚੋਂ। ਉਹ ਗੁਆਂਢੀਆਂ ਦੇ ਮੁੰਡਿਆਂ ਨੂੰ ਪੁੱਛਿਆ ਕਿ ਕਰਨਾ ਕੀ ਹੈ। ਅੱਗੇ ਆਈ ਹੁੰਦਾ ਸੀ ਜੀ। ਉਹ ਸਾਡੀ ਇੱਕ ਮਾਸੀ ਜੀ ਸੀਗੇ, ਉਹਨਾਂ ਦਾ ਕੰਮ ਸੀਗਾ, ਉਹ ਕਹਿੰਦੇ ਜੀ ਮੁੰਡੇ ਨੂੰ ਨਾ ਚਾਰਟਰ ਅਕਾਊਂਟੈਂਟ ਬਣਾ ਦਿਓ। ਅੱਛਾ ਜੀ। ਕਮਰਸ ਦੀ ਬੜੀ ਡਿਮਾਂਡ ਹੈ। ਹਾਂਜੀ। ਤੇ ਆਪਾਂ ਨੂੰ ਉੱਧਰ ਤੁਰਤਾ ਤੇ ਬਨਵੈਦ ਜੀ ਪ੍ਰੈਪ ਜਦੋਂ ਅਸੀਂ ਕੀਤੀ, ਮੈਨੂੰ ਨਹੀਂ ਪਤਾ ਸੀ ਕਰਨਾ ਕੀ ਹੈ। ਤੇ ਜਦੋਂ ਸਾਨੂੰ ਪਤਾ ਲੱਗੇ ਬੀਕਾਮ ਕਰ ਲੈਂਦੇ ਆਪਾਂ ਬੀਕਾਮ ਦਾਖਲ ਹੋ ਗਏ। ਮੈਂ ਜਦੋਂ ਬੀਕਾਮ ਕੀਤੀ ਤੇ ਮੈਂ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਲਾਇਕ ਸੀਗਾ ਤੇ ਕਿਉਂਕਿ ਐਕਸਪੋਜ਼ਰ ਨਹੀਂ ਸੀ ਹੈ ਤੇ ਮੈਨੂੰ ਨਾ ਬੋਲਣਾ ਨਹੀਂ ਆਉਂਦਾ ਸੀ, ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਸੀ। ਅੱਛਾ ਜੀ। ਮੈਂ ਪੰਜਾਬ ਦੇ ਵਿੱਚੋਂ ਆਪਣੇ ਇਲਾਕੇ ਵਿੱਚੋਂ ਇਕੱਲਾ ਮੁੰਡਾ ਕੈਟ ਦਾ ਪੇਪਰ ਪਾਸ ਕੀਤਾ, ਉਹਨਾਂ ਦਿਨਾਂ ਦੇ ਵਿੱਚ ਪੇਪਰ ਹੁੰਦਾ ਸੀਗਾ MBA ਦਾ, ਉਹ ਪਾਸ ਕਰ ਲਿਆ। ਅੱਛਾ ਜੀ। ਤੇ ਗਰੁੱਪ ਡਿਸਕਸ਼ਨ ਵਾਸਤੇ ਮੈਂ ਆਇਆ ਤੇ ਤੁਹਾਨੂੰ ਮੈਂ ਆਪਣੀ ਦੱਸਾਂ, ਸੁਣ ਕੇ ਹੈਰਾਨੀ ਹੁੰਦੀ ਹੈ ਕਿ ਮੈਂ ਇੱਕ ਆਰਟੀਕਲ ਉਹਨਾਂ ਦਿਨਾਂ 'ਚ ਐਸੇ ਕੰਪੀਟੀਸ਼ਨ ਲਿਖਿਆ ਸੀਗਾ। ਅੱਛਾ ਜੀ। ਜਿਹਦੇ 'ਚ ਮੈਨੂੰ ਕਾਲਜ 'ਚੋਂ ਫਸਟ ਪ੍ਰਾਈਜ਼ ਮਿਲਿਆ ਸੀ। ਅੱਛਾ ਜੀ। ਵਰਕਰਸ ਪਾਰਟੀਸਪੇਸ਼ਨ ਮੈਨੇਜਮੈਂਟ। ਜਦੋਂ GD 'ਚ ਉਹੀ ਟੌਪਿਕ ਆਇਆ ਤੇ ਮੇਰੇ ਕੋਲ ਬੋਲਿਆ ਨਹੀਂ ਗਿਆ। ਅੱਛਾ ਜੀ। ਮਤਲਬ ਮੇਰੀ ਇਹੋ ਜਿਹੀ ਪੋਜੀਸ਼ਨ ਸੀ ਹਾਂਜੀ। ਕਿ ਮੈਂ ਉਹਨੂੰ ਕਿਹਾ ਜੀ ਅਗਲੇ ਬੰਦੇ ਨੂੰ ਤੂੰ ਬੋਲਦਾ। ਡਰਪੋਕ ਟਾਈਪ ਜਿਹਾ ਸੀਗਾ, ਸ਼ਾਹੀ ਬੰਦਾ ਸੀ। ਪਿੰਡ ਦੀ ਬੈਕਗਰਾਉਂਡ ਸੀਗੀ, ਐਕਸਪੋਜ਼ਰ ਨਹੀਂ ਸੀ ਹੈ, ਕੌਨਫੀਡੈਂਸ ਨਹੀਂ ਹੈ। ਤੇ ਉਹਨਾਂ ਦਿਨਾਂ 'ਚ ਫਿਰ MCOM ਸ਼ੁਰੂ ਹੋਈ GND ਵਿੱਚ। ਸਰ ਮੈਂ ਤੁਹਾਨੂੰ ਇੱਥੇ ਇੱਕ ਨਾ ਥੋੜਾ ਰੁਕ ਇੱਕ ਥੋੜਾ ਭਾਵੁਕ ਜਿਹਾ ਸਵਾਲ ਕਰਨਾ ਚਾਹੁੰਦਾ। ਵੈਸੇ ਤਾਂ ਮੈਂ ਤੁਹਾਡੇ ਬਚਪਨ ਬਾਰੇ ਥੋੜੇ ਇਹੋ ਜਿਹੇ ਸਵਾਲ ਕਰਨੇ ਸੀਗੇ, ਪਰ ਤੁਸੀਂ ਕਿਉਂਕਿ ਪਿਤਾ ਜੀ ਦਾ ਜ਼ਿਕਰ ਕਰਤਾ ਨਾ, ਤੇ ਮੇਰੇ ਮਨ 'ਚ ਇੱਕ ਇਹ ਸਵਾਲ ਉੱਠ ਰਿਹਾ ਜਾਂ ਮੈਨੂੰ ਥੋੜਾ ਜਾਣਨ ਦੀ ਛੇਤੀ ਉਤਸੁਕਤਾ ਹੋ ਗਈ। ਤੁਹਾਨੂੰ ਪਿਤਾ ਜੀ ਨੇ ਫਿਰ ਕਿਸੇ ਪੋਜੀਸ਼ਨ 'ਤੇ ਪਹੁੰਚਿਆ ਦੇਖਿਆ? ਹਾਂ, ਮੇਰੇ ਪਿਤਾ ਜੀ ਨੇ ਜਦੋਂ ਮੈਂ ਚੰਡੀਗੜ੍ਹ ਤੱਕ ਆਪਣਾ ਸਫ਼ਰ ਕਰ ਲਿਆ ਨਾ, ਤਦ ਤੱਕ ਉਹ ਮੇਰੇ ਸਾਥ ਰਹੇ। ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਮੈਂ ਇੱਥੇ ਪਹੁੰਚ ਗਿਆ ਸੀਗਾ। ਅੱਛਾ ਜੀ। ਤੇ ਬੜੇ ਖੁਸ਼ ਹੋਣਗੇ। ਉਦੋਂ ਖੁਸ਼ ਸੀਗੇ ਬਹੁਤ ਜ਼ਿਆਦਾ। ਤੇ ਪਿਤਾ ਜੀ ਦੀ ਗੱਲ ਬੜੀ ਸੀਗੀ, ਉਹ ਨਾ ਇਹ ਸਿੱਖਿਆ ਦਿੰਦੇ ਸੀਗੇ ਕਿ ਵੀ ਤੈਨੂੰ ਲੋਕਾਂ ਦੀ ਸੇਵਾ ਕਰਨੀ ਜਿਹੜੀ ਹੈ ਨਾ, ਲੋਕਾਂ ਦੇ ਕੰਮ ਆਉਣਾ ਔਰ ਮਿੱਠਾ ਬੋਲਣਾ, ਉਹਨਾਂ ਨੇ ਸਿੱਖਿਆ ਸੀਗੀ ਕਿ ਕਦੀ ਜ਼ਿੰਦਗੀ ਵਿੱਚ ਨਾ ਮਨ ਦੇ ਵਿੱਚ ਕਦੀ ਹੈਂਕੜ ਲੈ ਕੇ ਨਾ ਆਓ। ਜਿਹਦਾ ਭਲਾ ਹੋ ਸਕਦਾ ਨਾ ਤੁਸੀਂ ਭਲਾ ਕਰੋ। ਇਹ ਮੇਰੇ ਪਿਤਾ ਜੀ ਦੀ ਇੱਕ ਮਨਸ਼ਾ ਰਹੀ ਸੀ ਤੇ ਉਹਨਾਂ ਨੂੰ ਲੱਗਦਾ ਸੀ ਮੇਰਾ ਬੱਚਾ ਤਰੱਕੀ ਕਰੇ। ਮੈਂ ਜਦੋਂ MCOM 'ਚ ਦਾਖਲ ਹੋ ਗਿਆ ਤੇ ਬਨਵੈਦ ਜੀ ਮੈਨੂੰ ਐਕਸਪੋਜ਼ਰ ਨਹੀਂ ਸੀ ਹੈ ਤੇ ਬੜੇ ਸ਼ਾਈ ਸੀਗੇ, ਡਰਦੇ ਸੀਗੇ ਬਹੁਤ ਜ਼ਿਆਦਾ। ਲੇਕਿਨ ਉੱਥੇ ਮੈਨੂੰ ਰਹਿ ਕੇ ਮੈਨੂੰ ਇਹ ਸਮਝ ਲੱਗੀ, ਕਿਉਂਕਿ ਮਿਹਨਤੀ ਮੈਂ ਸੀਗਾ ਸ਼ੁਰੂ ਤੋਂ ਹੀ। ਦੇਖੋ ਤੁਹਾਡਾ ਜਿਹੜਾ ਤੁਨਕਾ ਆਪਾਂ ਗੱਲ ਕਰਦੇ ਹਾਂ, ਸਭ ਤੋਂ ਵੱਡੀ ਗੱਲ ਹੈ ਕਿ ਹੈ ਪਰਮਾਤਮਾ ਦੇ ਹੱਥ ਵਿੱਚ ਹੈ। ਕਿਰਪਾ ਪਰਮਾਤਮਾ ਕਰਦਾ ਹੈ, ਬੰਦਾ ਆਪਣੀ ਕੋਸ਼ਿਸ਼ ਕਰਦਾ ਪੂਰੀ ਤਰੀਕੇ ਨਾਲ। ਜੇ ਕੋਸ਼ਿਸ਼ ਕਰਦਾ ਰਹੇ ਉਹਦਾ ਫਲ ਵੀ ਨਾ ਉਹਨੂੰ ਮਿਲਦਾ। ਤੇ ਗੁਰੂ ਘਰ ਨਾਲ ਸਾਡਾ ਪਿਆਰ ਬਹੁਤ ਸੀਗਾ। ਗੁਰੂ ਘਰ ਨਾਲ ਪਿਆਰ ਕਰਕੇ ਮੈਨੂੰ ਇੱਕ ਸਿੱਖਿਆ ਮਿਲ ਗਈ ਕਿ ਬਈ ਜੋ ਸਾਨੂੰ ਸ਼ੁਰੂ ਤੋਂ ਸਿਖਾਇਆ ਕਿ ਪਾਠ ਸ਼ੁਰੂ ਤੋਂ ਕਰਨਾ ਸ਼ੁਰੂ ਕਰਤਾ। ਤੇ ਇਹ ਗੱਲ ਮੇਰੀ ਮਾਤਾ ਜੀ ਬੜੇ ਧਾਰਮਿਕ ਸੀਗੇ, ਉਹ ਮੈਨੂੰ ਕਹਿੰਦੇ ਹੁੰਦੇ ਸੀਗੇ ਕਿ ਬਈ ਜੇ ਤੂੰ ਕਿਸੇ ਦਾ ਕੋਈ ਕੰਮ ਆ ਸਕਦਾ ਨਾ ਕਰਮਜੀਤ, ਤੂੰ ਕੰਮ ਆ ਕੇ ਰੱਬ ਅੱਗੇ ਅਰਦਾਸ ਕਰਿਆ ਕਰ ਕਿ ਪਰਮਾਤਮਾ ਨੇ ਤੈਨੂੰ ਇਸ ਯੋਗ ਬਣਾਇਆ ਹੈ ਕਿ ਕਿਸੇ ਦੀ ਤੂੰ ਮਦਦ ਕਰ ਸਕੇ, ਕਿ ਤੁਹਾਡੇ ਕੋਲੇ ਕੋਈ ਕਿਉਂਕਿ ਅਸਲ ਦੇ ਵਿੱਚ ਕੀ ਹੈ ਕਿ ਕੰਮ ਉਹਦਾ ਹੋ ਜਾਣਾ ਹੈ। ਹਾਂਜੀ। ਤੂੰ ਇੱਕ ਬਹਾਨਾ ਵਾ। ਠੀਕ ਹੈ। ਇਹ ਮੇਰੀ ਮਾਤਾ ਜੀ ਨੇ ਸਾਡੇ ਗੱਲ ਦੇ ਵਿੱਚ ਕੁੱਟ ਕੇ ਪਾਇਆ ਸੀਗਾ ਕਿ ਇਸ ਗੱਲ। ਤੁਸੀਂ ਸ਼ੁਰੂਆਤ ਜਿਹੜਾ ਸਕੂਲ ਆ ਪ੍ਰਾਇਮਰੀ ਜਾਂ ਹਾਈ ਸਕੂਲ ਆ, ਉਹ ਤੁਸੀਂ ਤੁਹਾਡੇ ਘਰੋਂ ਕਿੰਨਾ ਕੁ ਦੂਰ ਸੀ? ਆਉਣ ਜਾਣ ਦੇ ਕੀ ਸਾਧਨ ਸੀਗੇ ਜਾਂ ਫਿਰ ਕਿੰਨਾ ਕੁ ਮੁਸ਼ਕਲ ਸੀਗਾ ਉਹ ਪੜ੍ਹਾਈ ਵਿੱਚ ਜਾਂ ਆਉਣ ਜਾਣ ਵਿੱਚ ਜਾਂ ਕੋਈ ਵਾਰੀ ਕਿਤਾਬਾਂ ਖਰੀਦਣ ਉਹ ਕਰਨ ਵਿੱਚ ਸਾਨੂੰ ਕਿੰਨਾ ਕੁ ਕੋਈ ਔਖ ਸੀ ਜਾਂ ਬੜਾ ਸਾਰਾ ਕੁਝ ਕੰਫਰਟੇਬਲ ਚੱਲਦਾ ਸੀਗਾ? ਕਿਵੇਂ ਸੀ ਇਹ? ਜਿਹੜੀ ਪੜ੍ਹਾਈ ਦਾ ਸੰਬੰਧ ਸਾਡੇ ਜਿਹੜੇ ਸਕੂਲ ਜਿਹੜਾ ਸੀਗਾ ਉਹ ਕੋਈ ਅੰਦਾਜ਼ਾ 8 ਕਿਲੋਮੀਟਰ ਦੇ ਲਾਗੇ ਬਣੇ ਸੀ ਇੱਥੇ ਸੀਗਾ। ਤੇ ਅਸੀਂ ਹਾਈ ਸਕੂਲ ਜਿਹੜਾ ਇੱਕੋ ਸਕੂਲ ਸੀਗਾ ਹਾਈ ਸਕੂਲ, ਉਹ ਤੋਂ ਹਾਈ ਸਕੂਲ ਜਿਹੜਾ PBN ਸਕੂਲ ਅਸੀਂ ਪੜ੍ਹਿਆ ਬਾਅਦ ਚ 10ਵੀਂ ਕੀਤੀ ਹੈ। 8 ਕਿਲੋਮੀਟਰ ਸੀਗਾ। ਅਸੀਂ ਤਕਰੀਬਨ ਪਹਿਲਾਂ ਤੁਰ ਕੇ ਚਲ ਜਾਂਦੇ ਸੀਗੇ 8 ਕਿਲੋਮੀਟਰ। ਕਦੀ ਸਾਈਕਲ ਤੇ ਚਲ, ਬਾਅਦ ਸਾਈਕਲ ਲੈ ਲਿਆ। ਸਾਈਕਲ ਵੀ ਅਸੀਂ ਸੈਕਿੰਡ ਹੈਂਡ ਲਿਆ ਸੀ ਤੇ ਸੈਕਿੰਡ ਹੈਂਡ ਸਾਈਕਲ ਲੈ ਕੇ ਇੰਨੀ ਖੁਸ਼ੀ ਮਿਲੀ ਸੀ ਕਿ ਸਾਈਕਲ ਆ ਗਿਆ, ਆਪਣੇ ਕੋਲ ਆ ਗਿਆ। ਯੂਨੀਵਰਸਿਟੀ ਮੇਰੇ ਘਰ ਤੋਂ 12 ਕਿਲੋਮੀਟਰ ਸੀ।
12 ਕਿਲੋਮੀਟਰ ਆਣਾ, 12 ਕਿਲੋਮੀਟਰ ਜਾਣਾ, ਤੇ ਫਿਰ ਕਈ ਵਾਰੀ 2 ਚੱਕਰ ਲਾ ਦੇਣੇ। ਮਤਲਬ ਅਸੀਂ ਸਾਈਕਲ ਸਾਡੇ ਵਾਸਤੇ ਇੱਕ ਤਰ੍ਹਾਂ ਦਾ ਹਵਾਈ ਜਹਾਜ਼ ਹੀ ਸੀਗਾ, ਮਤਲਬ ਉਹਨਾਂ ਦਿਨਾਂ ਦੇ ਵਿੱਚ ਸਾਡੇ ਸਿਸਟਮ ਦਾ। ਤੇ ਮੈਨੂੰ ਵੈਸੇ ਐਸ ਸੱਚ ਤੇ ਪ੍ਰੋਬਲਮ ਨਹੀਂ ਕੋਈ ਆਈ, ਮਤਲਬ ਪਰ ਮੇਰੀ ਪ੍ਰੋਬਲਮ ਜਿਹੜੀ ਸੀਗੀ ਉਹ ਹੈ ਕਿ ਪੜ੍ਹਾਈ ਬਾਰੇ ਕੋਈ ਜਾਣਕਾਰੀ ਹੈ ਨਹੀਂ ਸੀਗੀ। ਕੌਨਫੀਡੈਂਸ ਲੈਵਲ ਜਿੱਦਾਂ ਪਿੰਡਾਂ 'ਚ ਹੁੰਦਾ ਵਾ ਆਪਾਂ ਨੂੰ ਨਹੀਂ ਸੀ ਹੈ। ਲੇਕਿਨ ਉਹ ਜਦੋਂ ਯੂਨੀਵਰਸਿਟੀ ਗਿਆ ਤੇ ਮੇਰੇ ਅਧਿਆਪਕਾਂ ਨੇ ਮੇਰਾ ਬੜਾ ਸਾਥ ਦਿੱਤਾ। ਉਹਨਾਂ ਨੇ ਮੈਨੂੰ ਕਿਹਾ ਕਿ ਵੀ ਜੇ ਤੂੰ ਪੰਜਾਬੀ ਵਧੀਆ ਬੋਲਦਾ ਵਾਂ, ਤੇਰੇ 'ਚ ਲਿਖਦਾ ਬਹੁਤ ਵਧੀਆ ਵਾਂ, ਤੇ ਬੋਲਣ ਦੀ ਕੋਈ ਸਮੱਸਿਆ ਨਹੀਂ ਹੈ। ਤੇ ਬਨਵੈਦ ਜੀ, ਮੈਨੂੰ 1.5 ਸਾਲ ਦੇ ਅੰਦਰ ਮੇਰੀ ਚੇਂਜ ਆਫ ਲਾਈਫ ਸੀਗਾ ਕਿ ਮੈਂ ਮਨ 'ਚ ਧਾਰਿਆ, ਮੈਂ ਕੀ ਕਰਦਾ ਸੀਗਾ ਕਿ ਸ਼ੀਸ਼ੇ ਮੂਹਰੇ ਖੜ ਜਾਣਾ। ਅੱਛਾ ਜੀ। ਤੇ ਬੋਲਣਾ ਅਸੀਂ ਐਂ ਕਰਦੇ ਰਹੇ ਜੀ। ਤੇ ਬੋਲ ਕੇ ਤੇ ਆਪਣੇ ਐਕਸ਼ਨ ਨੋਟ ਕਰਨੇ। ਫਿਰ ਮੈਂ ਬੈਸਟ ਡਿਬੇਟਰ ਵੀ ਬਣ ਗਿਆ ਜੀ। ਅੱਛਾ। ਹਾਂ, ਫਿਰ ਉਸ ਮੁੰਡੇ ਤੋਂ ਹਾਂ ਬੈਸਟ ਸਪੀਕਰ ਬਣ ਗਿਆ। ਉਹ ਸਿਰਫ ਇਹ ਕਿ ਲਗਾਤਾਰ ਪ੍ਰੈਕਟਿਸ ਕਰਨ ਦੇ ਨਾਲ ਹੀ। ਉਸ ਤੋਂ ਮੈਨੂੰ ਜੌਬ ਜਿਹੜੀ ਮਿਲਣੀਆਂ ਸੀ ਉਹਨਾਂ ਦਿਨਾਂ 'ਚ ਕੋਈ ਬਹੁਤ ਹੀ ਵੱਡੀ ਸਮੱਸਿਆ ਸੀ। ਮੈਨੂੰ 3 ਜਗ੍ਹਾ ਜੌਬ ਮਿਲ ਗਈ ਕਿ ਜਿਹੜੀ ਪ੍ਰੋਫੈਸਰ, ਇੱਕ ਮੈਂ ਦੀਨਾ ਨਗਰ ਲੱਗ ਗਿਆ, ਇੱਕ ਮੈਂ ਕਰਤਾਰਪੁਰ ਲੱਗ ਗਿਆ, ਫਿਰ ਮੋਗੇ ਲੱਗ ਗਿਆ। ਲੇਕਿਨ ਹਾਲਾਤ ਇੱਦਾਂ ਦੇ ਬਣੇ ਕਿ 84 'ਚ ਮੇਰੀ 83 'ਚ ਜੌਬ ਲੱਗ ਪਈ। ਮੈਂ ਹਾਲੇ 20 ਸਾਲ ਦਾ ਸੀਗਾ ਜਦੋਂ ਮੈਂ ਪ੍ਰੋਫੈਸਰ ਬਣ ਗਿਆ। ਤੇ 20 ਸਾਲ ਦਾ ਪ੍ਰੋਫੈਸਰ ਸੀਗਾ ਤੇ ਮੈਂ 1.5 ਸਾਲ ਤੋਂ ਬਾਅਦ ਹਾਲਾਤ ਪੰਜਾਬ ਦੇ ਖਰਾਬ ਹੋ ਗਏ ਤੇ ਉਹਨਾਂ ਨੇ ਕੱਢਤਾ ਬਾਹਰ ਮੈਨੂੰ। ਉੱਦਾਂ ਵੀ ਤੁਹਾਡੇ ਤੋਂ ਵੱਡੀ ਉਮਰ ਦੇ ਮੁੰਡੇ ਤੁਹਾਡੇ ਸਟੂਡੈਂਟ ਹੋਣਗੇ ਨਾ? ਬੀਕਾਮ ਫਾਈਨਲ ਦੇ ਵਿੱਚ ਸਾਰੀ ਕਲਾਸ ਸਿਰਫ ਇੱਕ ਬੱਚਾ ਮੇਰੇ ਤੋਂ ਛੋਟਾ ਸੀਗਾ, ਸਾਰੀ ਕਲਾਸ ਮੇਰੇ ਤੋਂ ਵੱਡੀ ਸੀ। ਤੇ ਉਹ ਮੇਰੀ ਉਦੋਂ ਦਾੜੀ ਵੀ ਨਹੀਂ ਆਈ ਸੀ ਤੇ ਉਦੋਂ ਮੈਂ ਬੜਾ ਯੰਗ ਲੱਗਦਾ ਸੀ ਬਹੁਤ ਜ਼ਿਆਦਾ। ਤੇ ਉਹ ਵੀ ਇੱਕ ਐਕਸਪੀਰੀਅੰਸ ਸੀ ਬਹੁਤ ਵੱਡਾ। ਲੇਕਿਨ ਕਿਰਪਾ ਪਰਮਾਤਮਾ ਦੀ ਇਹੋ ਜਿਹੀ ਰਹੀ ਕਿ ਮੇਰੇ ਬੱਚੇ ਮੇਰੀ ਕਲਾਸ ਦੇ ਵਿੱਚ ਬੱਚੇ ਸਪੈਸ਼ਲ ਪੜ੍ਹਨ ਵਾਸਤੇ ਆਉਂਦੇ ਸੀਗੇ। ਔਰ ਮੇਰਾ ਸਬਜੈਕਟ ਸ਼ੁਰੂ ਤੋਂ ਹੀ ਮੈਨੇਜਮੈਂਟ ਦਾ, ਮੈਂ ਅਕਾਊਂਟਿੰਗ ਦਾ ਰਿਹਾ। ਔਰ ਮੇਰੇ ਕੋਲ ਸਮਝਣ ਵਾਸਤੇ ਲੋਕੀ ਬੱਚੇ ਜਿਹੜੇ ਨਾ ਉਹ ਤਾਂਤਾ ਲੱਗ ਰਹਿੰਦਾ ਸੀ। ਤੁਸੀਂ 8 ਕਿਲੋਮੀਟਰ ਦੂਰ ਸਾਈਕਲ 'ਤੇ ਜਾਂਦੇ ਸੀ ਸਕੂਲ, ਤੇ ਜਦੋਂ ਤੁਸੀਂ ਚੰਡੀਗੜ੍ਹ ਸੀਗੇ, ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਸਕੂਲ ਭੇਜਦੇ ਹੋਵੋਗੇ ਤਾਂ ਜਾਂ ਤਾਂ ਆਪ ਕਾਰ ਛੱਡ ਕੇ ਆਉਂਦੇ ਹੋਵੋਗੇ ਜਾਂ ਬੱਸ ਸਟੈਂਡ 'ਤੇ ਬੱਸ 'ਤੇ ਧਾਉਂਦੇ ਹੁੰਦੇ ਆ, ਤੇ ਉਹਦੇ ਵਿੱਚ ਵੀ ਹੁੰਦਾ ਕਿ ਮਾਮਾ ਨੇ ਬੈਗ ਜਿਹੜੇ ਉਹ ਪਿੱਛੇ ਲਟਕਾਏ ਹੁੰਦੇ ਆ। ਫਿਰ ਤੁਹਾਨੂੰ ਆਪਣੇ ਦਿਨਾਂ ਦੀ ਯਾਦ ਤਾਂ ਜ਼ਰੂਰ ਆਉਂਦੀ ਹੋਊਗੀ ਕਿ ਦੋਨਾਂ ਦਾ ਕੀ ਫਰਕ ਆ, ਜ਼ਰੂਰ ਚੇਤੇ ਆਉਂਦਾ। ਹਾਂ, ਇਹ ਤਾਂ ਹੈ ਕਿ ਵੀ ਜੋ ਸੁੱਖ ਸੁਵਿਧਾ ਸਾਡੇ ਬੱਚਿਆਂ ਨੂੰ ਅਸੀਂ ਦੇ ਪਾਏ ਹਾਂ ਉਹ ਉਹਨਾਂ ਸਮਾਂ 'ਚ ਨਹੀਂ ਸੀ ਹੁੰਦੀ। ਲੇਕਿਨ ਮੈਂ ਇਸ ਗੱਲੋਂ ਖੁਸ਼ਕਿਸਮਤ ਰਿਹਾ ਕਿ ਜਿਹੜੇ ਸੰਸਕਾਰ ਮੈਨੂੰ ਮਿਲੇ ਸੰਸਕਾਰ ਮਿਲੇ ਹੈ ਕਿ ਪਰਮਾਤਮਾ ਦੇ ਨਾਲ ਰਹਿਣਾ, ਯਾਦ ਰੱਖਣਾ ਉਹਨੂੰ, ਮਿੱਠਾ ਬੋਲਣਾ, ਭਾਵ ਮੰਨਣਾ ਪਰਮਾਤਮਾ ਦਾ, ਉਹਦੇ ਰਜਾ 'ਚ ਚੱਲਣ ਦੀ ਕੋਸ਼ਿਸ਼ ਕਰਨਾ। ਉਹ ਜਿਹੜੀਆਂ ਮੁੱਢਲੀਆਂ ਸਿੱਖਿਆਵਾਂ ਜਿਹੜੀਆਂ ਜ਼ਿੰਦਗੀ 'ਚ ਪਈਆਂ, ਮੈਂ ਸੋਚਦਾ ਕਿ ਉਹ ਵਿਰਸਾ ਜਿਹੜਾ ਉਹ ਸ਼ਾਇਦ ਰਾਦਰ ਮੈਂ ਆਪਣੇ ਬੱਚਿਆਂ ਨੂੰ ਫਿਜ਼ੀਕਲ ਤੇ ਦੇ ਸਕਿਆ। ਕੰਫਰਟ ਦਿੱਤੀਆਂ ਬਹੁਤ ਜ਼ਿਆਦਾ, ਕਾਰਾਂ ਵੀ ਦਿੱਤੀਆਂ, ਲੇਕਿਨ ਉਹਨਾਂ ਸਮਾਂ ਨਹੀਂ ਦੇ ਪਾਇਆ ਜਿਹੜੀਆਂ ਸਮਾਂ ਅਸੀਂ ਆਪਣੇ ਘਰ ਬੈਠ ਕੇ ਕਹਾਣੀਆਂ ਸੁਣਦੇ ਹੁੰਦੇ ਸੀਗੇ, ਗੁਰੂ ਘਰ ਦੀਆਂ ਗੱਲਾਂ ਸੁਣਦੇ ਸੀਗੇ, ਰਾਤ ਨੂੰ ਸੌਣ ਕਿੱਦਾਂ ਕਰਦੇ ਸੀ। ਉਹ ਗੱਲਾਂ ਜਿਹੜੀਆਂ ਕਿਤੇ ਲੈਵਲ ਦੇ ਉੱਤੇ ਮਿਸਿੰਗ ਹੋ ਗਈਆਂ ਵਿਦ ਦੀ ਡਿਵੈਲਪਮੈਂਟ ਦੇ ਪੁਆਇੰਟ ਆਫ ਨਾਲ। ਤੇ ਮੈਂ ਬਨਵੈਦ ਜੀ ਕਿ ਜਦ ਮੈਂ ਕਾਲਜ ਪਹੁੰਚ ਗਿਆ ਤੇ ਕਾਲਜ ਵਿੱਚ 87 ਜਦੋਂ ਅੱਤਵਾਦ ਦਾ ਜ਼ਮਾਨਾ ਸੀਗਾ ਤੇ ਉਹਨਾਂ ਨੇ ਬੰਦੇ ਕੱਢਤੇ ਬਾਹਰ, ਮੇਰੀ ਜੌਬ ਹੀ ਨਿਕਲ ਗਈ। ਉਦੋਂ ਪਹਿਲਾਂ ਤੁਸੀਂ BA MA ਕਿੱਥੇ ਕੀਤੀ, ਜਾਂ ਜਿਵੇਂ ਤੁਸੀਂ 10ਵੀਂ ਵਿੱਚ ਟੌਪ ਕੀਤਾ ਸੀਗਾ ਤੇ BA ਤੇ MA ਵਿੱਚ ਇਸ ਤਰ੍ਹਾਂ ਦੀ ਪ੍ਰਾਪਤੀ? BCom ਦੇ ਵਿੱਚ ਮੇਰੀ ਪੋਜੀਸ਼ਨ ਫਸਟ ਆਈ ਸੀਗੀ, ਲੇਕਿਨ ਯੂਨੀਵਰਸਿਟੀ 'ਚ ਪੋਜੀਸ਼ਨ ਨਹੀਂ ਆਈ ਮੇਰੀ। MCom ਦੇ ਵਿੱਚ ਮੈਂ ਯੂਨੀਵਰਸਿਟੀ 'ਚ ਸੈਕੰਡ ਪੋਜੀਸ਼ਨ ਰਹੀ ਮੇਰੀ। ਮੈਂ ਥਰੂ MCom ਵਿੱਚ ਟੌਪਰ ਹੀ ਰਿਹਾ ਮੈਂ, ਮਤਲਬ ਤੁਣ ਕੇ ਸ਼ੁਰੂ ਤੋਂ ਹੀ ਮਾਰਦੇ ਰਹੇ। ਹਾਂ, ਉਹ ਤੇ ਉਹ ਕਿਉਂਕਿ ਮਿਹਨਤੀ ਮੈਂ ਹੈ ਹੀ ਸੀਗਾ ਤੇ ਮੇਰੀ ਗ੍ਰਿਪ ਵੀ ਚੰਗੀ ਸੀਗੀ। ਤੇ MCom ਦੇ ਵਿੱਚ ਮੈਂ ਆਲਮੋਸਟ ਸਮਝ ਲਓ ਕਿ ਸੈਕੰਡ ਪੋਜੀਸ਼ਨ ਮੇਰੀ ਸੀਗੀ। ਤੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਜੌਬ ਕਰਨ ਲੱਗ ਪਿਆ, ਜੌਬ ਕਰਨ ਦੇ ਵਿੱਚ ਬੜੀ ਮਿਹਨਤ ਕੀਤੀ ਮੇਰੀ ਕਈ ਵਾਰ ਸਿਲੈਕਸ਼ਨ ਹੋ ਗਈ। ਪਹਿਲਾਂ ਮੈਂ ਉੱਥੋਂ ਦਾਖੇ ਕਾਲਜ ਗਿਆ, ਉੱਥੋਂ ਫਿਰ ਮੈਂ ਚੰਡੀਗੜ੍ਹ ਆ ਗਿਆ। ਜਦੋਂ ਮੈਂ ਚੰਡੀਗੜ੍ਹ ਆ ਗਿਆ ਤੇ ਚੰਡੀਗੜ੍ਹ ਜਦੋਂ ਸਿਲੈਕਸ਼ਨ ਮੇਰੀ ਹੋਈ ਇੱਥੇ ਤੇ ਬੜਾ ਕੰਪੀਟੀਸ਼ਨ ਸੀਗਾ, ਲੇਕਿਨ ਮੇਰਾ ਆਪਣਾ ਜਿਹੜਾ ਆਪਣੇ ਸਬਜੈਕਟ ਦੇ ਉੱਤੇ ਮੇਰੀ ਮੁਹਾਰਤ ਚੰਗੀ ਸੀਗੀ, ਉਹਦੇ ਕਰਕੇ ਮੈਨੂੰ ਇੱਥੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਜੋ ਮੈਂ ਰਿਹਾ, ਇੱਥੇ ਮੇਰੀ ਜ਼ਿੰਦਗੀ ਵਿੱਚ ਕਾਫੀ ਚੇਂਜ ਆਇਆ। ਉੱਥੋਂ ਗੁੱਡੀ ਚੜ੍ਹਨੀ ਸ਼ੁਰੂ ਹੋਈ। ਹਾਂ, ਉੱਥੋਂ ਮੇਰਾ ਅਸਲ 'ਚ ਬ੍ਰੇਕ ਹੋਇਆ। 87 ਦੇ ਵਿੱਚ ਕੀ ਹੋਇਆ ਕਿ ਜਦੋਂ ਮੈਂ ਇੱਥੇ ਜੁਆਇਨ ਕਰ ਲਿਆ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ, ਸਾਡੇ ਕਾਲਜ ਵਿੱਚ
ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਬਹੁਤ ਵੱਡੇ ਨੇਤਾ ਸੀਗੇ। ਮੈਂ ਉਹਨਾਂ ਦੀ ਕੰਪਨੀ 'ਚ ਆ ਕੇ ਨਾਲੇ ਤੇ ਇੱਕ ਬੰਨੇ ਆਪਣੇ ਸਬਜੈਕਟ 'ਚ ਪਰਪੱਕਤਾ ਕੀਤੀ। ਕਾਲਜ ਲੈਵਲ ਦੇ ਉੱਤੇ ਮੇਰੀ ਸ਼ੁਰੂ ਤੋਂ ਆਦਤ ਰਹੀ ਹੈ ਕਿ ਮੈਂ ਕੰਮ ਜ਼ਿਆਦਾ ਕਰਦਾ ਸੀਗਾ। ਮੈਨੂੰ ਇਹ ਸੀਗਾ ਕਿ ਮੈਂ ਕੰਟਰੀਬਿਊਟ ਕੀ ਕਰ ਸਕਦਾ ਹਾਂ। ਉਹਦਾ ਰਿਵਾਰਡ ਇਹ ਹੈ ਕਿ ਜਿਹੜਾ ਪ੍ਰਿੰਸੀਪਲ ਆਇਆ ਉਹਨਾਂ ਨੇ ਸੋਚਿਆ ਵੀ ਬੰਦਾ ਮਿਹਨਤੀ ਹੈ, ਕੰਮ ਕਰਨ ਵਾਲਾ। ਔਰ ਮੈਂ ਉਸ ਤੋਂ ਬਾਅਦ PCTU ਵਿੱਚ ਵੀ ਮੈਨੂੰ ਪ੍ਰਧਾਨ ਬਣਾਇਆ, ਚੰਡੀਗੜ੍ਹ ਜ਼ਿਲ੍ਹੇ ਦਾ ਮੈਂ ਪ੍ਰਧਾਨ ਬਣਿਆ। ਔਰ ਮੈਂ ਕਾਲਜ ਪੱਧਰ ਦੇ ਉੱਤੇ ਜਿੰਨੀਆਂ ਵੀ ਪੋਜੀਸ਼ਨਾਂ ਸੀਗੀਆਂ, ਚਾਹੇ ਉਹ ਬਰਸਰ ਦਾ ਕੰਮ ਸੀਗਾ, ਚਾਹੇ ਟਾਈਮ ਟੇਬਲ ਇੰਚਾਰਜ ਸੀਗਾ, ਜਿੰਨੇ ਵੀ ਕਾਲਜ ਲੈਵਲ ਦੇ ਕੰਮ ਹੁੰਦੇ ਹੈ ਉਹ ਮੈਂ ਕਾਲਜ 'ਚ, ਔਰ ਬੜਾ ਮੈਂ ਐਕਟਿਵ ਸੀਗਾ ਯੂਨੀਵਰਸਿਟੀ ਦੇ ਫੈਕਲਟੀਜ਼ ਦੇ ਵਿੱਚ। ਉਦੋਂ ਜ਼ਿੰਮੇਵਾਰੀ ਵਾਲੇ ਕੰਮ ਸਾਰੀਆਂ ਮੇਰੇ। ਔਰ ਮੈਨੂੰ ਖੁਸ਼ਕਿਸਮਤੀ ਕਹਿ ਲਓ ਕਿ ਮੈਨੂੰ ਪ੍ਰਿੰਸੀਪਲ ਵੀ ਅਤੇ ਯੂਨੀਵਰਸਿਟੀ ਵਾਲੇ ਵੀ ਜ਼ਿੰਮੇਵਾਰੀ ਦਾ ਕੰਮ ਮੈਨੂੰ ਚੱਟ ਕਹਿੰਦੇ ਸੀ ਕਿ ਇਹ ਬੰਦੇ ਨੂੰ ਦੇ ਦਿਓ, ਕੰਮ ਖਤਮ ਕਰ ਲੂਗਾ। ਇਹ ਵਿਸ਼ਵਾਸ ਸੀ ਸਮਝ ਕਰਕੇ। ਹਾਂਜੀ। ਅਤੇ ਜਦੋਂ ਮੈਂ ਇੱਥੇ ਹੋਇਆ ਫਿਰ ਮੈਂ ਉਸ ਤੋਂ ਬਾਅਦ ਮੇਰਾ ਇੱਥੇ ਗੁਰੂ ਗੋਬਿੰਦ ਸਿੰਘ, ਮੇਰੀ ਸਿਲੈਕਸ਼ਨ ਹੋ ਗਈ ਗੌਰਮੈਂਟ ਕਾਲਜ ਵਿੱਚ। ਅਤੇ ਮੈਨੂੰ ਥੋੜ੍ਹੀ ਜਿਹੀ ਸੀਗੀ ਕਿ ਮੈਂ ਦੁਚਿੱਤੀ ਸੀਗੀ ਕਿ ਕੀ ਕਰੀਏ, ਲੇਕਿਨ ਇੱਥੇ ਚੰਡੀਗੜ੍ਹ ਦਾ ਮਾਹੌਲ ਕਰਕੇ ਮੈਂ ਇੱਥੇ ਫਿਰ ਸੈਟਲ ਹੋ ਗਿਆ। ਫਿਰ ਹੌਲੀ ਹੌਲੀ ਮੈਂ ਯੂਨੀਵਰਸਿਟੀ ਦੇ ਵਿੱਚ, ਜਦੋਂ ਮੈਂ 1987 ਦੇ ਵਿੱਚ ਇੱਥੇ ਆਇਆ, ਫਿਰ ਮੈਂ 90-92 ਵਿੱਚ ਮੈਂ PhD ਸ਼ੁਰੂ ਕੀਤੀ। ਮੈਂ ਲੇਟ PhD ਕੀਤੀ, PhD ਕਰ ਲਈ। ਜਦੋਂ ਮੈਂ ਡਾਕਟਰੇਟ ਬਣ ਗਿਆ 2004 ਦੀ ਗੱਲ ਹੈ ਕਿ ਮੈਨੂੰ ਇਹ ਫੈਸਲਾ ਹੋਇਆ ਕਿ ਮੈਂ ਪ੍ਰਿੰਸੀਪਲ ਦੇ ਵਾਸਤੇ ਮੈਂ ਦਾਅਵੇਦਾਰ ਸੀਗਾ, ਉਮੀਦਵਾਰ ਸੀਗਾ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ। ਸ਼ਾਮ ਨੂੰ ਫੈਸਲਾ ਹੋ ਗਿਆ ਕਿ ਸਵੇਰੇ ਤੁਹਾਨੂੰ ਪ੍ਰਿੰਸੀਪਲ 'ਚ ਮਿਲ ਜਾਣੀ ਹੈ, ਲੇਕਿਨ ਹਾਲਾਤ ਇਹੋ ਜਿਹੇ ਹੋਏ ਕਿ ਆਪਾਂ ਸਿਲੈਕਟ ਨਹੀਂ ਹੋ ਪਾਏ। ਜਦੋਂ ਮੇਰੀ ਸਿਲੈਕਸ਼ਨ ਨਹੀਂ ਹੋਈ ਤਾਂ ਮੈਨੂੰ ਬਹੁਤ, ਮੇਰਾ ਮਨ ਦੁਖਿਆ, ਬੜਾ ਮੈਨੂੰ ਧੱਕਾ ਲੱਗਿਆ ਕਿ ਵੀ ਮੇਰੀ ਕਾਬਲੀਅਤ ਵੀ ਸੀਗੀ, ਮੈਨੂੰ ਪਸੰਦ ਵੀ ਕਰ ਰਹੇ ਸੀ ਸਾਰੇ, ਲੇਕਿਨ ਮੇਰਾ ਕੰਮ ਨਹੀਂ ਬਣਿਆ। ਲੇਕਿਨ ਮੈਂ ਇਹੀ ਗੱਲ ਦੱਸਣਾ ਚਾਹੁੰਦਾ ਕਿ ਪਰਮਾਤਮਾ ਦੇ ਰੰਗ ਆਪਾਂ ਨੂੰ ਪਤਾ ਨਹੀਂ ਹੁੰਦਾ। ਠੀਕ ਹੈ। ਉਸ ਵੇਲੇ ਬੁਰਾ ਲੱਗਦਾ, ਉਸ ਟਾਈਮ ਬਹੁਤ ਬੁਰਾ ਲੱਗਦਾ। ਲੇਕਿਨ 3 ਮਹੀਨਿਆਂ ਦੇ ਬਾਅਦ ਹੀ ਅਖਬਾਰ 'ਚ ਐਡ ਆ ਗਈ। ਉਹਨਾਂ ਦੇ ਵਿੱਚ ਅੱਜ ਕੱਲ੍ਹ ਐਸੋਸੀਏਟ ਪ੍ਰੋਫੈਸਰ ਹੈ, ਪਹਿਲਾਂ ਰੀਡਰ ਹੁੰਦੇ ਸੀਗੇ। ਯੂਨੀਵਰਸਿਟੀ ਵਿੱਚ ਰੀਡਰ ਦੀ ਪੋਸਟ ਖਾਲੀ ਹੋ ਗਈ। ਯੂਨੀਵਰਸਿਟੀ ਬਿਜ਼ਨਸ ਸਕੂਲ, ਪੰਜਾਬ ਯੂਨੀਵਰਸਿਟੀ ਵਿੱਚ, UBS ਵਿੱਚ। ਯੂਨੀਵਰਸਿਟੀ ਬਿਜ਼ਨਸ ਸਕੂਲ ਇੱਕ ਬੜਾ ਹੀ, ਬਹੁਤ ਹੀ ਇੱਕ ਤਰ੍ਹਾਂ ਦਾ ਨਾਮਵਰ ਕਹਿ ਲਓ ਕਿ ਡਿਪਾਰਟਮੈਂਟ ਸਾਡੀ ਯੂਨੀਵਰਸਿਟੀ ਦਾ ਹੈਗਾ। ਸਭ ਤੋਂ ਵਧੀਆ ਪਲੇਸਮੈਂਟ ਹੈ ਔਰ ਬਹੁਤ ਵਧੀਆ ਪ੍ਰੋਫਾਈਲ ਹੈ। 2005 ਦੇ ਵਿੱਚ ਮੇਰੀ ਦੂਜਾ ਬ੍ਰੇਕ ਲੱਗਿਆ। ਚੰਡੀਗੜ੍ਹ ਆ ਕੇ ਮੈਨੂੰ ਐਕਸਪੋਜ਼ਰ ਹੋ ਗਿਆ। ਮੈਂ ਆਪਣੇ ਆਪ ਨੂੰ ਅਕੈਡਮਿਕਲੀ ਬਹੁਤ ਅਪਡੇਟ ਕਰ ਲਿਆ। ਮੇਰਾ ਕੌਨਫੀਡੈਂਸ ਲੈਵਲ ਬੜਾ ਵੱਧ ਗਿਆ। ਮੇਰਾ ਸੋਸ਼ਲ ਰਿਲੇਸ਼ਨਸ਼ਿਪ ਬਹੁਤ ਵਧੀਆ ਹੋ ਗਿਆ। ਔਰ ਜਦ ਮੈਂ 2005 ਵਿੱਚ ਇੰਟਰਵਿਊ ਦਿੱਤੀ ਤਾਂ ਮੇਰੀ ਸਿਲੈਕਸ਼ਨ ਯੂਨੀਵਰਸਿਟੀ ਹੋ ਗਈ। ਹੁਣ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਹਾਂ, ਜਦ ਮੈਂ ਯੂਨੀਵਰਸਿਟੀ ਆਇਆ ਤੇ ਮੇਰੇ ਕੁਝ ਕੁਲੀਗ ਕਹਿੰਦੇ ਡਾਕਟਰ ਸਾਹਿਬ ਤੁਸੀਂ ਜਿਹੜੇ ਯੂਨੀਵਰਸਿਟੀ ਬਿਜ਼ਨਸ ਸਕੂਲ ਵਿੱਚ, ਉਹ ਕਹਿੰਦੇ ਤੁਸੀਂ ਗਲਤੀ ਕਰ ਲਈ। ਮੈਂ ਕਿਹਾ ਕੀ ਗਲਤੀ ਕਰ ਲਈ? ਕਹਿੰਦੇ ਗਲਤੀ ਕਰ ਲਈ ਕਿ ਤੁਸੀਂ ਉਹ 'ਤੇ ਕਾਲਜ 'ਚ ਰਾਜ ਕਰਦੇ ਸੀਗੇ। ਮੇਰਾ ਬੜਾ ਨਾਮ ਸੀ। ਨਾਮ ਇਸ ਤਰ੍ਹਾਂ ਸੀਗਾ ਕਿ ਇੱਕ ਸਰਵੇ ਹੋਇਆ ਸੀ, ਇੰਡੀਅਨ ਐਕਸਪ੍ਰੈਸ ਨੇ ਕੀਤਾ, ਮੈਨੂੰ ਬੈਸਟ ਟੀਚਰ ਦਾ ਅਵਾਰਡ ਮਿਲਿਆ ਸੀਗਾ ਕਿ ਵੀ ਬੈਸਟ ਟੀਚਰ ਜਿਹੜੇ ਨਾ ਬੱਚਿਆਂ ਦੇ ਵਾਸਤੇ। ਉਸ ਤੋਂ ਬਾਅਦ 2005 ਜਦੋਂ ਮੈਂ ਯੂਨੀਵਰਸਿਟੀ ਐਂਟਰ ਕਰ ਗਿਆ, ਮੈਂ ਬਣ ਗਿਆ ਰੀਡਰ ਬਣ ਗਿਆ। ਅਤੇ ਮੈਂ ਆ ਕੇ ਫਿਰ ਬਣਵਾਇਆ ਜੀ, ਉਹ ਮੇਰਾ ਦੂਜਾ ਟਰਨਿੰਗ ਪੁਆਇੰਟ ਸੀਗਾ। ਮੈਨੂੰ ਗਵਰਨਮੈਂਟ ਆਫ ਇੰਡੀਆ ਨੇ ਮੈਨੂੰ ਤਾਇਵਾਨ ਦੇ ਵਿੱਚ ਭੇਜਿਆ, ਇੱਕ ਏਸ਼ੀਅਨ ਪ੍ਰੋਡਕਟਿਵਿਟੀ ਕੌਂਸਲ ਵੱਲੋਂ, APC ਵੱਲੋਂ। ਮੈਂ ਉੱਥੇ ਗਿਆ, ਉੱਥੇ ਮੈਨੂੰ ਬਹੁਤ ਪਤਾ ਲੱਗਿਆ। ਔਰ ਮੈਨੂੰ ਉੱਥੇ ਜਾ ਕੇ ਜਿਹੜਾ ਬੱਚਾ 1983 ਦੇ ਵਿੱਚ ਬੋਲ ਨਹੀਂ ਪਾਇਆ ਸੀਗਾ, ਮੈਂ ਉੱਥੇ 9 ਦੇਸ਼ਾਂ ਦੇ ਵਿੱਚ ਮੇਰਾ ਪੇਪਰ ਨੰਬਰ 1 'ਤੇ ਆਇਆ। ਉਹਦੇ ਫਿਰ ਉਸ ਤੋਂ ਬਾਅਦ ਮੈਂ ਜਦੋਂ ਇੱਥੇ ਆਇਆ, ਫਿਰ ਮੈਂ ਯੂਨੀਵਰਸਿਟੀ ਦੇ ਵਿੱਚ, ਮੈਨੂੰ ਮੇਰੇ ਟੀਚਰ ਅਧਿਆਪਕ ਕਹਿੰਦੇ ਕਿ ਤੂੰ ਕਾਲਜ ਚੰਗਾ ਸੀ, ਇੱਥੇ ਤਾਂ ਕਾਲਜ 'ਚੋਂ ਬੰਦਾ ਆ ਕੇ ਯੂਨੀਵਰਸਿਟੀ ਦੇ ਵਿੱਚ ਐਡਜਸਟ ਕਰਨਾ ਬੜਾ ਔਖਾ ਹੈ। ਲੇਕਿਨ ਅਗੇਨ ਮੈਂ ਕਹਿੰਦਾ ਇੱਕ ਮੈਂਟੈਲਿਟੀ ਹੈ ਕਿ ਉਹ ਹਮੇਸ਼ਾ ਐਕਸਪੀਰੀਅੰਸ ਹੈ। ਲੇਕਿਨ ਮੇਰੇ ਨਾਲ ਇਹ ਹੋਇਆ ਕਿ ਵਿਦਿਨ 2 ਇਅਰਸ, 2 ਸਾਲ ਦੇ ਬਾਅਦ ਹੀ ਇਹ ਪਰਮਾਤਮਾ, ਮੈਂ ਛਾਤ ਨਹੀਂ ਗਿਆ, ਪਰ ਪਰਮਾਤਮਾ ਦੀ ਕਿਰਪਾ ਇਹੋ ਜਿਹੀ ਹੋਈ, ਉਹਦੀ ਕਿਰਪਾ ਬਖਸ਼ਿਸ਼ ਕਹਿ ਲਓ ਕਿ ਕਿਉਂਕਿ ਮੈਨੂੰ ਕੰਮ ਕਰਨ ਦਾ ਸ਼ੌਂਕ ਸੀਗਾ ਔਰ ਮੈਂ ਜਿੰਨਾ ਵੀ ਐਕਸਟਰਾ ਕੰਮ ਕਰ ਸਕਿਆ। ਮੈਂ ਯੂਨੀਵਰਸਿਟੀ ਦੀਆਂ 2005 ਤੋਂ ਬਾਅਦ ਬਨਵੈਦ ਦੀ ਜਿੰਨੀਆਂ ਪੋਜੀਸ਼ਨਸ ਹੈ, ਚਾਹੇ ਉਹ ਡੀਨ ਮੈਂ 2 ਵਾਰੀ ਰਿਹਾ, ਮੈਂ ਵਾਰਡਨ 5 ਸਾਲ ਰਿਹਾ, ਫਿਰ ਮੈਂ ਡਾਇਰੈਕਟਰ ਬਣ ਗਿਆ UGC ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਦੇ ਵਿੱਚ। ਮੇਰੀ 2005 ਵਿੱਚ
ਜਦੋਂ ਮੈਂ ਯੂਨੀਵਰਸਿਟੀ ਆਇਆ ਤੇ ਮੈਂ ਸੈਨੇਟ ਮੈਂਬਰ ਵੀ ਬਣਿਆ, ਹਾਂਜੀ, ਮੈਂ ਸਿੰਡੀਕੇਟ ਮੈਂਬਰ ਵੀ ਬਣਿਆ, ਬੋਰਡ ਆਫ ਫਾਈਨਾਂਸ, ਯੂਨੀਵਰਸਿਟੀ ਦੀ ਸਾਰੀਆਂ ਪੋਜੀਸ਼ਨਾਂ ਮੈਂ ਹਾਸਲ ਕਰ ਲਈਆਂ। ਇਹ ਮੇਰੀ ਦੂਜੀ ਬ੍ਰੇਕ ਸੀ ਲਾਈਫ ਦੇ ਵਿੱਚ। ਲਗਾਤਾਰ ਪਰਮਾਤਮਾ ਦੀ ਕਿਰਪਾ ਹੁੰਦੀ ਰਹੀ ਔਰ 2000 ਮੈਨੂੰ 10 ਦੇ ਵਿੱਚ 10-11 ਦੇ ਵਿੱਚ ਮੈਨੂੰ ਚਾਰਜ ਮਿਲ ਗਿਆ, ਡਾਇਰੈਕਟਰ ਬਣ ਗਿਆ ਮੈਂ UGC ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਦਾ। ਬਨਵੈਤ ਜੀ ਉਹਦੇ ਨਾਲ ਮੈਂ UGC ਦੀ ਟੀਮ 'ਚ ਆ ਗਿਆ। ਜਦੋਂ ਮੈਂ ਉੱਥੇ ਆਇਆ ਮੇਰੀ ਰੀਚ ਜਿਹੜੀ ਉਹ ਚੰਡੀਗੜ੍ਹ ਤੋਂ ਦਿੱਲੀ ਪਹੁੰਚ ਗਈ। ਹਾਂ, ਔਰ ਉੱਥੇ ਮੈਨੂੰ 2 ਕਮੇਟੀਆਂ ਸਭ ਤੋਂ ਪਹਿਲਾਂ ਪਾਇਆ। 2 ਕਮੇਟੀਆਂ ਪਾ ਕੇ ਮੇਰਾ ਉਹਨਾਂ ਨੇ ਕੰਮ ਦੇਖਿਆ ਤੇ ਉਹਨਾਂ ਨੇ ਮੈਨੂੰ ਤਕਰੀਬਨ ਹਰ ਕਮੇਟੀ ਦੇ ਵਿੱਚ, ਕਈ ਕਮੇਟੀਆਂ ਵਿੱਚ ਪਾਤਾ। ਨੈਕ ਵਿੱਚ ਮੈਂ ਚਲਾ ਗਿਆ, ਮੈਂ ਡਿਫਰੈਂਟ ਕਮੇਟੀ 'ਚ ਰਿਪਰੈਜ਼ੈਂਟ ਕਰਨਾ ਸ਼ੁਰੂ ਕਰਤਾ। ਇਸ ਤੋਂ ਇਲਾਵਾ ਮੈਨੂੰ ਮੌਕਾ ਮਿਲਿਆ, ਅਕਾਊਂਟਿੰਗ ਮੇਰਾ ਫੀਲਡ ਹੈ, ਮੈਂ ਪੂਰੇ ਇੰਡੀਆ ਦੇ ਵਿੱਚ ਇੰਡੀਅਨ ਅਕਾਊਂਟਿੰਗ ਐਸੋਸੀਏਸ਼ਨ ਹੈ, ਮੈਨੂੰ ਮੌਕਾ ਮਿਲਿਆ ਤੇ ਮੈਨੂੰ ਉਹਨਾਂ ਨੇ ਪ੍ਰਧਾਨ ਚੁਣਿਆ, ਪ੍ਰੈਜ਼ੀਡੈਂਟ ਚੁਣਿਆ, ਪ੍ਰੈਜ਼ੀਡੈਂਟ ਇੰਡੀਅਨ ਅਕਾਊਂਟਿੰਗ ਐਸੋਸੀਏਸ਼ਨ ਮੈਂ ਬਣ ਗਿਆ। ਔਰ ਮੈਨੂੰ 5 ਸਾਲ ਰਹਿ ਕੇ ਇਹੋ ਜਿਹਾ ਐਕਸਪੋਜ਼ਰ ਮਿਲਿਆ ਕਿ ਜਿਹੜਾ ਕੰਮ UGC ਨੇ ਕਾਨਫਰੰਸ ਕਰਾਉਣੀ ਸੀਗੀ ਤੇ ਉਹਨਾਂ ਦਿਨਾਂ ਵਿੱਚ ਜਿਹੜੇ HRD ਮੰਤਰੀ ਸੀਗੇ ਸਿਮਰਤੀ ਇਰਾਨੀ ਜੀ, ਉਹ ਆਏ ਸੀ। ਹਾਂਜੀ, ਤੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਸਪਾਲ ਸੰਧੂ ਜੀ ਮੇਰੇ ਬਹੁਤ ਹੀ, ਉਹਨਾਂ ਨੇ ਮੇਰੀ ਜ਼ਿੰਦਗੀ ਵਿੱਚ ਕਾਫੀ ਉਹਨੇ ਕੰਟਰੀਬਿਊਟ ਕੀਤਾ ਹੈ। ਤੇ ਉਹਨਾਂ ਨੇ ਮੈਨੂੰ ਕਿਹਾ ਜੀ ਕਿ ਵੀ ਇੱਕ ਕਾਨਫਰੰਸ ਕਰਾਉਣੀ ਹੈ। ਮੈਂ ਉਹ ਕਾਨਫਰੰਸ ਕਰਾਈ। ਉਦੋਂ ਸੈਕਟਰੀ ਹੁੰਦੇ ਸੀ ਉਹ ਸੈਕਟਰੀ UGC ਦੇ ਸੀ ਉਸ ਟਾਈਮ। ਉਹਨਾਂ ਨੇ ਕਿਹਾ ਜੀ ਕਾਨਫਰੰਸ ਕਰਾਉਣੀ ਹੈ ਤੇ ਮੈਂ ਜਦੋਂ ਕਾਨਫਰੰਸ ਕਰਾਈ ਤੇ ਬਹੁਤ ਵਧੀਆ ਤਰੀਕੇ ਨਾਲ ਮੈਂ ਇੱਕ ਗੱਲ ਧਿਆਨ ਰੱਖ ਕੇ ਅੰਡਰ ਗਾਈਡੈਂਸ ਉਹ ਮੈਂ ਪੂਰਾ ਕੀਤਾ। ਉਹਦੇ ਨਾਲ ਵੀ ਮੇਰਾ ਕਾਫੀ ਮੇਰਾ ਹਾਂ ਮਤਲਬ ਲੋਕਾਂ ਦੇ ਮਨ ਵਿੱਚ ਆਇਆ ਕਿ ਵੀ ਇਹ ਬੰਦਾ ਕੰਮ ਕਰਨ ਵਾਲਾ ਹੈ। ਤੇ ਫਿਰ ਮੈਂ ਇਹ 5 ਸਾਲ ਤੀਜਾ ਪੜਾਅ ਮੇਰੀ ਜ਼ਿੰਦਗੀ ਦਾ ਆਇਆ। ਯੂਨੀਵਰਸਿਟੀ 'ਚੋਂ ਮੈਂ ਕਾਲਜ ਗਿਆ, ਕਾਲਜ ਤੋਂ ਮੈਂ ਯੂਨੀਵਰਸਿਟੀ ਆਇਆ, ਉੱਥੋਂ ਫਿਰ ਮੈਂ ਡਿਫਰੈਂਟ ਜਗ੍ਹਾ 'ਤੇ ਪਹੁੰਚਿਆ, ਫਿਰ ਮੈਂ ਡਾਇਰੈਕਟਰ ਅਕੈਡਮਿਕ ਸਟਾਫ ਕਾਲਜ ਬਣ ਗਿਆ। ਇਹਦੇ ਨਾਲ ਮੈਨੂੰ ਪੂਰੇ ਇੰਡੀਆ ਦੇ ਜਿਹੜੇ 66 ਅਕੈਡਮਿਕ ਸਟਾਫ ਕਾਲਜ ਹੈ, ਮੈਂ ਉਹਨਾਂ ਦਾ ਕਨਵੀਨਰ ਹੀ ਬਣ ਗਿਆ ਕਿ ਸਬਜੈਕਟ ਐਲੋਕੇਟ ਕਰਨ ਵਾਸਤੇ। ਤੇ ਮੇਰੀ ਰੀਚ ਜਿਹੜੀ ਹੈ ਨਾ ਉਹ ਪੂਰੇ ਇੰਡੀਆ ਵਿੱਚ ਆਲਮੋਸਟ ਹੋ ਗਈ। ਇਹਦਾ ਮੈਨੂੰ ਐਡਵਾਂਟੇਜ ਇਹ ਹੋਇਆ ਕਿ 2 ਜਗ੍ਹਾ ਦੇ ਉੱਤੇ 3 ਜਗ੍ਹਾ ਦੇ ਉੱਤੇ ਡਿਫਰੈਂਟ ਪਲੇਸਿਸ ਦੇ ਉੱਤੇ ਮੈਨੂੰ ਇੰਟਰਨੈਸ਼ਨਲ ਪੱਧਰ 'ਤੇ ਇਨਵਾਈਟ ਕੀਤਾ ਗਿਆ। ਮੈਨੂੰ ਕਿਉਂਕਿ ਮੈਂ ਇੰਗਲੈਂਡ 'ਚ ਗਿਆ, ਕੈਨੇਡਾ 'ਚ ਗਿਆ, ਅਮਰੀਕਾ ਦੇ ਵਿੱਚ ਗਿਆ। ਅਮਰੀਕਾ 'ਚ ਇੱਕ ਬਹੁਤ ਵੱਡੀ ਸੰਸਥਾ ਅਮਰੀਕਨ ਅਕਾਊਂਟਿੰਗ ਐਸੋਸੀਏਸ਼ਨ, ਉਹਨੇ ਮੈਨੂੰ ਇਨਵਾਈਟ ਕੀਤਾ। ਇਹ ਸਾਰੀਆਂ ਗੱਲਾਂ ਜਿਹੜੀਆਂ ਉਹ ਤਾਂ ਪੋਸੀਬਲ ਹੋ ਪਾਈਆਂ। ਇਹ ਸਾਰਾ ਮੈਂ ਜੋ ਪਿਛੋਕੜ ਦੇਖਦਾ ਮੈਂ ਆਪਣਾ ਸਿਸਟਮ ਦੇ ਵਿੱਚ, ਉਹ 3 ਗੱਲਾਂ ਮੈਨੂੰ ਸਮਝ ਨਹੀਂ ਆਉਂਦੀਆਂ। ਇੱਕ ਤਾਂ ਹੈ ਕਿ ਬੰਦਾ ਮਿਹਨਤ ਕਰਦਾ ਹੈ ਤੇ ਪਰਮਾਤਮਾ ਬਖਸ਼ਿਸ਼ ਕਰਦਾ ਵਾ ਤੇ ਤੁਹਾਨੂੰ ਮਿਹਨਤ ਦਾ ਫਲ ਮਿਲੀ ਜਾਂਦਾ। ਇਹ ਗੁੱਡੀ ਤਾਂ ਹੀ ਚੜ੍ਹਦੀ ਹੈ ਜੇ ਉਹਦੀ ਬਖਸ਼ਿਸ਼ ਹੋ ਜਾਏ ਤਾਂ। ਇਹ ਸਿਰਫ ਉਹਦੀ ਕਿਰਪਾ ਕਰਕੇ, ਕਿਉਂਕਿ ਬੰਦੇ ਮਿਹਨਤ ਬਹੁਤ ਸਾਰੇ ਬੰਦੇ ਕਰਦੇ ਆ, ਬਹੁਤ ਸਾਰੇ ਬੰਦੇ ਅਚੀਵਮੈਂਟ ਹੈ, ਤੇ ਪਰ ਭਾਗ ਜਿਹੜੇ ਨਾ ਉਹ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਔਰ ਦੋਸਤਾਂ ਮਿੱਤਰਾਂ 'ਚ ਬੜਾ ਪਿਆਰ ਮਿਲਿਆ। ਵੈਸੇ ਇੱਕ ਗੱਲ ਦੱਸਿਓ, ਜੇ ਤੁਹਾਡੇ ਧਿਆਨ 'ਚ ਹੋਵੇ ਨਾ, ਜਦੋਂ ਬੱਚੇ ਗੁੱਡੀ ਚੜਾਉਂਦੇ ਆ, ਇੱਕ ਉਹ ਕਾਂਟਾ ਬੋ ਵੀ ਖੇਡਦੇ ਹੁੰਦੇ ਆ ਕਿ ਦੂਜੇ ਦੀ ਗੁੱਡੀ ਉਹ ਧਾਗੇ ਨਾਲ ਗੁੱਡੀ ਵੱਢ ਦਿਓ। ਤੁਸੀਂ ਇਹ ਦੱਸਿਓ ਵੀ ਤੁਸੀਂ ਗੁੱਡੀ ਚੜਾਈ ਆ ਕਿ ਉਹ ਵੀ ਗੇਮ ਖੇਡੀ ਆ ਕਿ ਉਹ ਕਾਂਟਾ ਬੋ ਕਰਕੇ ਦੂਜੇ ਦੀ ਗੁੱਡੀ ਕੱਟ ਦਿਓ? ਇਹੋ ਜਿਹੀ ਕੁਝ। ਬਹੁਤ ਵਧੀਆ ਤੁਹਾਡਾ ਸਵਾਲ ਹੈ ਬਨਵੈਤ ਜੀ। ਮੇਰਾ ਤਜਰਬਾ ਜ਼ਿੰਦਗੀ ਦਾ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਕਿਸੇ ਦੀ ਹੈਲਪ ਕਰਦੇ ਹੋ ਨਾ, ਮੇਰਾ ਮੰਨਣਾ ਹੈ ਕਿ ਜੇ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਇਹ ਪੂਰੀ ਜ਼ਿੰਦਗੀ ਨਾ, ਇਹ ਲਾਈਫ ਇਜ਼ ਐਨ ਈਕੋ। ਹਰ ਚੀਜ਼ ਵਾਪਸ ਆਉਂਦੀ ਹੈ। ਮੈਂ ਬੜਾ ਕਿਉਂਕਿ ਮੈਂ ਦੱਸਿਆ ਤੁਹਾਨੂੰ ਕਿ ਮੇਰਾ ਜਨਮ ਗੁਰੂ ਰਾਮਦਾਸ ਦੀ ਨਗਰੀ 'ਚ ਹੋਇਆ ਤੇ ਗੁਰਬਾਣੀ ਵਿੱਚ ਇੱਕ ਤੁਕ ਆਉਂਦੀ ਹੈ ਕਿ ਦੱਦਾ ਦੋਸ਼ ਨਾ ਦਈ ਕਿਸੇ, ਦੋਸ਼ ਕਰਮਾ ਆਪਣ ਨੜੇ, ਜੋ ਮੈਂ ਕੀਆ ਸੋ ਮੈਂ ਪਾਇਆ। ਮੇਰੇ ਦਿਮਾਗ ਦੇ ਵਿੱਚ ਮੇਰੀ ਮਾਤਾ ਜੀ ਨੇ ਗੱਲ ਸਮਝਾਤੀ ਸੀ ਸ਼ੁਰੂ ਤੋਂ ਹੀ ਕਿ ਜੇ ਤੁਸੀਂ ਕਿਸੇ ਦੇ ਕੰਮ ਆਓਗੇ ਨਾ, ਇਹ ਜ਼ਰੂਰੀ ਨਹੀਂ ਹੈ ਕਿ ਉਹ ਬੰਦਾ ਉਹਨੂੰ ਜਵਾਬ ਦੇਵੇ, ਪਰ ਤੁਹਾਨੂੰ ਇਹ ਕੁਦਰਤ ਦਾ ਨਿਯਮ ਇਹੋ ਜਿਹਾ ਵਾ ਕਿ ਤੁਹਾਨੂੰ ਵੀ ਹੈਲਪ ਮਿਲਦੀ ਹੈ। ਔਰ ਮੈਂ ਬਨਵੈਤ ਜੀ ਪੂਰੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਮੇਰਾ ਕੋਈ ਵੀ ਮੈਨੂੰ ਲੱਗਦਾ ਨਹੀਂ ਮੇਰਾ ਦੁਸ਼ਮਣ ਹੈ। ਮੈਨੂੰ ਐਂ ਲੱਗਦਾ ਕਿ ਮੇਰੀ ਸਾਰੀ ਕਾਇਨਾਤ ਜਿਹੜੀ ਹੈ ਨਾ
ਮੈਂ ਇਸੇ ਲਈ ਕਹਿਣਾ ਵੀ ਉਹ ਦੀਵਾ ਬਾਲ ਕੇ ਉਹ ਮੇਰਾ ਇਹ ਲੱਗਦਾ ਕਿ ਮੈਨੂੰ ਲੱਗਦਾ ਕਿ ਮੇਰੇ ਬਹੁਤ ਦੋਸਤ ਹੈ, ਮੈਨੂੰ ਬਹੁਤ ਪਿਆਰ ਮਿਲਿਆ। ਔਰ ਜੋ ਮੇਰੀ ਤਰੱਕੀ ਹੁੰਦੀ ਗਈ ਤੇ ਮੇਰਾ 30 ਸਾਲ ਪੁਰਾਣੇ ਮੇਰੇ ਮਿੱਤਰ ਜਿਹੜੇ ਹੈ, ਅਸੀਂ 1983 ਦੇ ਵਿੱਚ ਜਦੋਂ ਇਕੱਠੇ ਪੜ੍ਹਦੇ ਸੀ, ਅਸੀਂ ਇੱਕ ਗਰੁੱਪ ਬਣਾਇਆ ਹੋਇਆ। ਹਾਲੇ ਵੀ ਅਸੀਂ ਇੱਕ ਸਾਂਝ ਰੱਖੀ ਆਪਣੇ ਵਿੱਚ ਕਿ ਜਿਹੜੇ ਮੇਰੇ ਕਲਾਸ ਫੈਲੋਜ਼ ਹੈਗੇ ਆ ਸਾਰੇ ਬਹੁਤ ਵਧੀਆ, ਬਹੁਤ ਪਿਆਰ ਕਰਦੇ ਆ। ਤਾਂ ਮੈਨੂੰ ਇਹ ਲੱਗਦਾ ਕਿ ਵੀ ਜਿਹੜਾ ਕਿਸੇ ਨੂੰ ਕੱਟਣ ਦੀ ਬਜਾਏ ਨਾ, ਜੇ ਆਪਾਂ ਲੋਕਾਂ ਨਾਲ ਪਿਆਰ ਕਰੀਏ ਤੇ ਆਪਾਂ ਨੂੰ ਪਿਆਰ ਹੀ ਮਿਲਦਾ ਮੁੜ ਕੇ। ਅੱਛਾ, ਦੱਸੋ ਤੁਹਾਡੀ ਲਾਈਫ 'ਚ ਜਿਹੜੀ ਆ ਸਫਲਤਾ ਆ, ਇਹਦੇ ਪਿੱਛੇ ਭੈਣ ਜੀ ਮਿਸਿਜ ਕਰਮਜੀਤ ਕੌਰ ਦਾ ਕਿੰਨਾ ਹੱਥ ਆ, ਜਾਂ ਕੋਈ ਹੋਰ ਪਰਸਨੈਲਿਟੀ ਜਿਹਨੇ ਤੁਹਾਡੀ ਗੁੱਡੀ ਚੜਾਉਣ 'ਚ ਹੈਲਪ ਕੀਤੀ ਹੋਵੇ? ਦੇਖੋ ਕਿ ਤੁਹਾਡਾ ਸਵਾਲ ਬੜਾ ਵਧੀਆ ਹੈ। ਹਰ ਇੱਕ ਵਿਅਕਤੀ ਦੇ ਪਿੱਛੇ ਨਾ ਉਹਦਾ ਪਿਛੋਕੜ ਬੜਾ ਕੰਮ ਕਰਦਾ। ਮੇਰੀ ਕੰਟਰੀਬਿਊਸ਼ਨ ਵਿੱਚ ਮੇਰਾ ਜਿਹੜਾ ਪਰਿਵਾਰ ਹੈ, ਜਿਹੜੀ ਮੇਰੀ ਪਰਟੀਕੂਲਰਲੀ ਸ਼ੁਰੂ ਦੇ ਵਿੱਚ ਮੇਰੀ ਮਾਤਾ ਜੀ ਸੀਗੇ, ਮੇਰੇ ਪਿਤਾ ਜੀ ਸੀ, ਮੇਰੀਆਂ ਭੈਣਾਂ ਸਾਰੀਆਂ, ਮੇਰੇ ਪਰ ਉਹ ਸਾਰਿਆਂ ਨੇ ਮੈਨੂੰ ਇਨਕਰੇਜ ਕੀਤਾ ਹੈ ਔਰ ਉਹਨਾਂ ਨੇ ਮੈਨੂੰ ਚੜ੍ਹਦੀ ਕਲਾ ਰੱਖਿਆ। ਔਰ ਮੈਂ ਆਪਣਾ ਜਿਹੜੀ ਤਰੱਕੀ ਦਾ ਜਿਹੜਾ ਕ੍ਰੈਡਿਟ ਹੈ ਉਹ ਆਪਣੀ ਜਿਹੜੀ ਵਾਈਫ ਮੇਰੀ ਰਮਨਜੀਤ ਕੌਰ ਮੇਰੀ ਵਾਈਫ ਹੈ, ਉਹਨਾਂ ਨੂੰ ਦੇਣਾ ਚਾਹੁੰਦਾ ਕਿ ਉਹਨਾਂ ਨੇ, ਮੈਂ ਕਿਉਂਕਿ ਬਹੁਤ ਬਿਜ਼ੀ ਸੀਗਾ, ਸਾਰਾ ਘਰ ਦਾ ਜ਼ਿੰਮੇਵਾਰੀ ਜਿਹੜੀ ਹੈ ਉਹਨਾਂ ਨੇ ਨਿਭਾਈ ਹੈ। ਔਰ ਜੇ ਉਹਨਾਂ ਦੀ ਮੈਨੂੰ ਸਪੋਰਟ ਨਾ ਹੁੰਦੀ ਤੇ ਸ਼ਾਇਦ ਮੈਂ ਤਰੱਕੀ ਨਾ ਕਰ ਪਾਉਂਦਾ। ਜੇ ਆਪਾਂ ਗੱਲ ਕਰੀਏ, ਆਪਾਂ ਉਹਨਾਂ ਦੀ ਮਿਹਨਤ ਨੂੰ ਵੀ ਰੱਬ ਨੇ ਰੰਗ ਲਾਏ ਕਿ ਹਾਂਜੀ, ਉਹਨਾਂ ਨੇ ਮੈਨੂੰ ਬਿਲਕੁਲ ਹੀ ਘਰ ਪੱਖੋਂ ਨਾ ਫਰਕ ਕਰਤਾ ਤੇ ਬੇਟਾ ਵੀ ਡਾਕਟਰ ਬਣ ਗਿਆ। ਉਹਨਾਂ ਦੀ ਮਿਹਨਤ ਹੀ, ਉਹਨਾਂ ਦੀ ਮਿਹਨਤ ਹੈ, ਉਹਨਾਂ ਦੀ ਇੱਛਾ ਸੀਗੀ। ਮੇਰੀ ਕੰਟਰੀਬਿਊਸ਼ਨ ਸ਼ਾਇਦ ਮੇਰੇ ਬੱਚਿਆਂ ਵਾਸਤੇ ਇੰਨੀ ਜ਼ਿਆਦਾ ਨਹੀਂ ਹੈ, ਤੇ ਮੇਰੀ ਵਾਈਫ ਦੀ ਕੰਟਰੀਬਿਊਸ਼ਨ ਜਿਹੜੀ ਹੈ ਉਹ ਬੱਚਿਆਂ ਵਾਸਤੇ ਔਰ ਮੈਨੂੰ ਖਾਸ ਕਰਕੇ ਹਰ ਫੈਸਿਲਿਟੀ ਦੇਣੀ ਘਰ ਦਾ ਵਿੱਚ, ਉਹਨਾਂ ਨੇ ਮੈਨੂੰ ਫ੍ਰੀ ਕਰਤਾ ਸੀ ਬਿਲਕੁਲ ਹੀ। ਵੈਸੇ ਤੁਸੀਂ 2-2.5 ਸਾਲ ਤੋਂ ਮੇਰੇ ਖਿਆਲ ਰਜਿਸਟਰਾਰ ਦੇ ਅਹੁਦੇ ਤੇ ਸੇਵਾ ਕਰ ਰਹੇ ਹੋ। ਤੁਸੀਂ ਕੋਈ ਵਿਸ਼ੇਸ਼ ਕੰਮ ਜਿਹੜਾ ਪਿਛਲੇ ਰਜਿਸਟਰਾਰ ਨਹੀਂ ਕਰ ਸਕੇ, ਕੋਈ ਕੀਤਾ ਹੋਵੇ ਹੈ ਨਾ, ਜਿਹਦੇ ਨਾਲ ਯੂਨੀਵਰਸਿਟੀ ਨੂੰ ਕੋਈ ਦਾ ਨਾਂ ਉੱਪਰ ਗਿਆ ਹੋਵੇ, ਕੋਈ ਵੱਡਾ ਲਾਭ ਹੋਇਆ ਹੋਵੇ, ਉਹ ਸਾਂਝਾ ਕਰਨਾ ਚਾਹੋਗੇ? ਬਨਵੈਤ ਜੀ, ਮੈਂ ਜਦੋਂ ਯੂਨੀਵਰਸਿਟੀ 'ਚ ਆਇਆ, ਰਜਿਸਟਰਾਰ ਬਣਿਆ, ਕਿਉਂਕਿ ਮੈਂ ਅਧਿਆਪਕ ਸੀ, ਇੱਕ ਵੱਖਰਾ ਮਾਹੌਲ ਸੀਗਾ। ਮੈਨੂੰ ਜਿਹੜੀਆਂ ਮੁਸ਼ਕਲਾਂ ਆਈਆਂ ਸੀਗੀਆਂ, ਮੈਂ ਸੋਚਦਾ ਸੀਗਾ ਕਿ ਵੀ ਉਹ ਮੁਸ਼ਕਲਾਂ, ਕਿਉਂਕਿ ਸਭ ਤੋਂ ਜਿਹੜੀ ਸਟੇਕ ਹੋਲਡਰ ਹੈ ਨਾ ਯੂਨੀਵਰਸਿਟੀ ਦਾ, ਉਹ ਵਿਦਿਆਰਥੀ ਹੁੰਦੇ ਆ। ਨੰਬਰ 2 ਤੇ ਅਧਿਆਪਕ ਆਉਂਦੇ ਆ। ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜਾ ਮੈਂ ਚੇਂਜ ਲਿਆਂਦਾ, ਮੈਂ 3 ਮੇਜਰ ਚੇਂਜ ਲਿਆਂਦੇ ਆਪਣੇ ਕਾਲ ਦੇ ਵਿੱਚ। ਇੱਕ ਤਾਂ ਮੈਂ ਸਭ ਕੁਝ ਆਨਲਾਈਨ ਕਰਤਾ ਕਿ ਜਿਹੜੀ ਫਾਈਲ ਮੇਰੀ ਕਿੱਥੇ ਜਾਂਦੀ ਹੈ, ਕਿੱਥੇ ਪਹੁੰਚਦੀ ਹੈ, ਉਹ ਮੈਂ ਸਾਰਾ ਆਨਲਾਈਨ ਸਿਸਟਮ ਜਿਹੜਾ ਨਾ ਡਿਵੈਲਪ ਕਰ ਲਿਆ। ਮਤਲਬ ਯੂਨੀਵਰਸਿਟੀ 21ਵੀਂ ਸਦੀ ਦੇ ਹਾਣ ਦੀ ਹੋ ਗਈ। ਹਾਂ, ਇੱਕ ਤੇ ਮੇਜਰ ਕੰਮ ਹੈ। ਦੂਸਰਾ ਜਿਹੜਾ ਮੇਰੀ ਕੰਟਰੀਬਿਊਸ਼ਨ ਸੋਚਦਾ ਮੈਂ, ਅਸੀਂ ਇੱਕ ਕਲਚਰ ਬਣਾ ਲਿਆ ਉੱਥੇ, ਮੈਂ ਜਿਹੜਾ ਕ੍ਰੀਏਟ ਕਰ ਲਿਆ ਕਲਚਰ ਬਣਾ ਲਿਆ ਕਿ ਵੀ ਇੱਕ ਭਾਵਨਾ ਦੀ ਰਜਿਸਟਰਾਰ ਦੀ ਪੋਜੀਸ਼ਨ ਹੈ। ਰਜਿਸਟਰਾਰ ਕੋਲ ਲੋਕੀ ਡਰਦੇ ਸੀ ਆਉਣ ਲੱਗਿਆ, ਮੈਂ ਉਹਨਾਂ ਨੂੰ ਖੁੱਲ੍ਹਾ ਟਾਈਮ ਦਿੱਤਾ ਹੋਇਆ ਸੀਗਾ ਹਰ ਆਪਣੇ ਜਿਹੜੇ ਬੰਦੇ ਨੂੰ, ਕਿ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਹੈ। ਅਸੀਂ ਬਹੁਤ ਸਾਰੇ ਮਸਲੇ ਜਿਹੜੇ ਹੈ, ਕਿਸੇ ਟੀਚਰ ਦਾ ਕੈਸ਼ ਰਿਲੇਟਡ ਪ੍ਰੋਬਲਮ ਸੀਗੀ, ਉਹ ਮੈਂ ਪਿਛਲੇ ਸਾਰੇ ਬੈਕਲੌਗ ਕਰਕੇ ਅਸੀਂ ਸਾਰੇ ਕਲੀਅਰ ਕਰਦੇ। ਕੈਸ਼ ਮੀਨ ਤਰੱਕੀ ਬਾਰੇ, ਟੀਚਰਾਂ ਦਾ, ਅਧਿਆਪਕਾਂ ਦਾ ਜਾਂ ਨੌਨ ਟੀਚਰਾਂ ਦਾ ਕੋਈ ਤਰੱਕੀ ਹੈ, ਕੋਈ ਉਹਨਾਂ ਨੂੰ ਗ੍ਰੈਚੁਇਟੀ ਦੀ ਪ੍ਰੋਬਲਮ ਹੈ, ਉਹ ਆਪਾਂ ਉਹਨਾਂ ਨੂੰ ਸੋਲਵ ਕਰ ਦਿੱਤਾ। ਤੀਸਰਾ ਜਿਹੜਾ ਕੰਮ ਮੈਂ ਕੀਤਾ, ਉਹ ਮੈਂ ਅਕਾਊਂਟਸ ਮੈਨੂਅਲ ਬਣਾਇਆ ਯੂਨੀਵਰਸਿਟੀ ਦਾ, ਕਿ ਪੂਰਾ ਅਸੀਂ ਯੋਜਨਾਬੰਦ ਤਰੀਕੇ ਨਾਲ ਕਰਤਾ ਕਿ ਇੱਦਾਂ ਕਰਕੇ ਸਿਸਟਮ ਕਰਨਾ। ਇੱਕ ਸਿਸਟਮ ਕ੍ਰੀਏਟ ਕਰਤਾ ਮੈਂ ਯੂਨੀਵਰਸਿਟੀ ਵਿੱਚ, ਕਿ ਜਿਹਦੇ ਵਿੱਚ ਆਉਣ ਵਾਲੇ ਸਮੇਂ 'ਚ ਵੀ ਨਾ ਸਿਸਟਮ ਵਿੱਚ ਕੰਮ ਆਟੋਮੈਟਿਕ ਹੋ ਰਿਹਾ। ਇਹ ਇੱਕ ਜਿਹੜੀ ਤੀਜੀ ਮੇਰੀ ਕੰਟਰੀਬਿਊਸ਼ਨ ਜਿਹੜੀ ਹੈ, ਮੈਂ ਸਮਝਦਾ ਵਾਂ ਉਹ ਯੂਨੀਵਰਸਿਟੀ ਨੂੰ ਉੱਪਰ ਚੁੱਕਣ ਵਾਸਤੇ। ਫਿਰ ਉਸ ਤੋਂ ਬਾਅਦ ਜਿਹੜਾ ਆਪਣਾ, ਕਿਉਂਕਿ ਸਟੇਟ ਆਫਿਸ ਹੈ, ਲੀਗਲ ਕੇਸਿਸ ਸੀ, ਦੁਕਾਨਾਂ ਸਾਡੀਆਂ ਬਹੁਤ ਜ਼ਿਆਦਾ ਸੀਗੀਆਂ, ਉਹਨਾਂ ਦਾ ਕਿਰਾਇਆ ਰਿਕਵਰੀ ਕਰਨ ਦੇ ਵਿੱਚ ਉਹ ਵੀ ਮੈਂ ਇੱਕ ਬੜਾ ਯੋਗਦਾਨ ਦਿੱਤਾ ਸੀ। ਸਾਰਾ ਕੰਮ ਸਿਸਟਮੈਟਾਈਜ਼ ਕਰ ਦਿੱਤਾ, ਜਿਹਦੇ ਵਿੱਚ ਮੈਂ ਸਮਝਦਾ ਵਾਂ ਕਿ ਵੀ ਬੰਦੇ ਨਾਲ ਯੂਨੀਵਰਸਿਟੀ ਨਹੀਂ ਚੱਲਦੀਆਂ, ਸਿਸਟਮ ਨਾਲ ਯੂਨੀਵਰਸਿਟੀ ਚੱਲਦੀ ਹੈ। ਅਤੇ ਸਿਸਟਮ ਕ੍ਰੀਏਟ ਕਰਨਾ ਉਹ ਮੇਰਾ ਇੱਕ ਰਿਸਪੋਂਸੀਬਿਲਿਟੀ ਸੀਗੀ, ਜਿਹੜੀ ਮੈਂ ਸਮਝਦਾ ਕਿ ਰਜਿਸਟਰਾਰ ਬਣ ਕੇ ਅਤੇ ਮੈਂ ਉਹ ਵੀ ਕਰ ਲਿਆ। ਔਰ ਲਾਸਟ ਗੱਲ, ਜਿਹੜੀ ਰਜਿਸਟਰਾਰਸ਼ਿਪ ਦਾ ਇੱਕ ਮੈਨੂੰ ਹੋਰ ਐਡਵਾਂਟੇਜ ਹੋਇਆ ਕਿ ਮੈਨੂੰ ਲੋਕਾਂ ਨਾਲ ਡੀਲ ਕਰਨ ਦੀ ਜਿਹੜੀ ਜਾਂਚ ਹੋਰ ਆ ਗਈ। ਕਿਉਂਕਿ ਮੈਂ ਸਮਝਦਾ ਕਿ ਬਹੁਤ ਲੋਕਾਂ ਦੀ ਪ੍ਰੋਬਲਮਸ ਹੁੰਦੀਆਂ, ਤੁਸੀਂ ਲੋਕਾਂ ਨੂੰ ਗਲਤ ਸੁਣ ਲਓ ਨਾ ਧਿਆਨ ਨਾਲ,
ਉਹਨੂੰ ਪਿਆਰ ਨਾਲ 2 ਸ਼ਬਦ ਬੋਲ ਦਿਓ, ਕੰਮ ਉਹਦਾ ਹੋਵੇ ਨਾ ਹੋਵੇ ਬਾਅਦ ਦੀ ਗੱਲ ਹੈ, ਉਹ ਖੁਸ਼ ਹੋ ਕੇ ਜਾਂਦਾ। ਔਰ ਮੇਰੇ ਨਾਲ ਕੁਝ ਇਹੋ ਜਿਹੇ ਹੋਏ, ਕਈ ਬਜ਼ੁਰਗ ਮੇਰੇ ਕੋਲ ਆਏ, ਉਹ ਆ ਕੇ ਰੋ ਪਏ ਮੇਰੇ ਕੋਲ ਆ ਕੇ, ਉਹ ਕਹਿੰਦੇ ਵੀ ਸਾਨੂੰ ਅੱਜ ਤੱਕ ਇੱਦਾਂ ਕਦੀ ਪਿਆਰ ਨਾਲ ਕਿਸੇ ਨੇ ਗੱਲ ਨਹੀਂ ਕੀਤੀ ਸੀ। ਫਿਰ ਸਭ ਤੁਸੀਂ ਰਜਿਸਟਰ ਤੋਂ ਅੱਗੇ ਤੁਹਾਡੇ ਮਨ 'ਚ ਕੋਈ ਹੋਰ ਉੱਪਰਲੀ ਪਲਾਨ ਭਰਨ ਦੀ ਤਮੰਨਾ ਹੋ? ਬਨਵੈਦ ਜੀ, ਇਸ ਤਰ੍ਹਾਂ ਹੈ, ਮੈਂ ਨਾ ਬਹੁਤੀ ਪਲੈਨਿੰਗ ਨਹੀਂ ਕੀਤੀਆਂ ਕਿ ਵੀ ਕੀ ਹੋਊਗਾ ਜਾਂ ਕਿੱਦਾਂ ਹੋਊਗਾ। ਮੇਰਾ ਹੈ ਕਿ ਜੋ ਕੰਮ ਮੈਂ ਕਰ ਰਿਹਾ ਨਾ, ਉਹ ਕੰਮ ਮੈਂ ਪੂਰੀ ਸ਼ਿੱਦਤ ਨਾਲ, ਪੂਰੇ ਪਿਆਰ ਨਾਲ, ਮੁਹੱਬਤ ਨਾਲ ਕਰ ਲਵਾਂ। ਬਾਕੀ ਹਰੇਕ ਬੰਦੇ ਦੀ ਇੱਛਾ ਹੁੰਦੀ ਹੈ ਕਿ ਵੀ ਇੱਕ ਅਧਿਆਪਕ ਦੇ ਤੌਰ ਦੇ ਉੱਤੇ ਸਭ ਤੋਂ ਜਿਹੜੀ ਉੱਚ ਦੀ ਪੋਜੀਸ਼ਨ ਜਿਹੜੀ ਆ ਵਾਈਸ ਚਾਂਸਲਰ ਗਿਣੀ ਜਾਂਦੀ ਹੈ। ਅਤੇ ਮੈਨੂੰ ਇਹ ਨਹੀਂ ਹੈ ਕਿ ਵੀ ਮੈਨੂੰ ਵਾਈਸ ਚਾਂਸਲਰ ਮੈਨੂੰ ਮਿਲਣੀ ਚਾਹੀਦੀ ਹੈ, ਪਰ ਮੈਨੂੰ ਲੱਗਦਾ ਹੈ ਕਿ ਵੀ ਜੇ ਵਾਈਸ ਚਾਂਸਲਰਸ਼ਿਪ ਤੱਕ ਪਹੁੰਚ ਪਾਇਆ ਮੈਂ, ਜੇ ਪਰਮਾਤਮਾ ਦੀ ਕਿਰਪਾ ਹੋਈ, ਤੇ ਉਹ ਮੇਰੀ ਮਤਲਬ ਇੱਕ ਲਾਸਟ ਜਿਹੜੀ ਸਟੇਜ ਕਹਿ ਲਓ, ਮਤਲਬ ਉਹ ਮੈਂ ਸਮਝਦਾ ਹਾਂ ਕਿ ਵੀ ਕਿਉਂਕਿ ਮੈਂ 1-2 ਜਗ੍ਹਾ ਦੇ ਉੱਤੇ ਮਤਲਬ ਇੱਦਾਂ ਦੀ ਗੱਲ ਜਿਹੜੀ ਹੈ ਪੋਸੀਬਿਲਿਟੀ ਜਿਹੜੀ ਆਪਾਂ ਮੇਰੇ ਦਿਮਾਗ 'ਚ ਆ ਸਕਦੀ ਹੈ ਜੀ। ਬਸ ਇਹ ਹੈ ਮੇਰੇ ਦਿਮਾਗ 'ਚ ਇੱਛਾ ਮਾੜੀ ਜੀ। ਪ੍ਰੋਫੈਸਰ ਕਰਮਜੀਤ ਸਿੰਘ ਉਹਨਾਂ ਦੀ ਜਿਹੜੀ ਗੁੱਡੀ ਆ, ਉਹ ਚੜ੍ਹਾਉਣ ਲਈ ਇਹਨਾਂ ਨੂੰ ਕਾਫੀ ਤੁਣਕੇ ਮਾਰਨੇ ਪਏ, ਪਰ ਇਹਨਾਂ ਦੀ ਖੁਸ਼ਕਿਸਮਤੀ ਆ ਕਿ ਇਹਨਾਂ ਨੂੰ ਉੱਠ ਕੇ ਡਿੱਗਣ ਦਾ ਅਜਿਹਾ ਕੋਈ ਜਿਹੜਾ ਆ ਉਹ ਮੌਕਾ ਨਹੀਂ ਮਿਲਿਆ। ਅਸੀਂ ਚਾਹੁੰਦੇ ਹਾਂ ਜਿਹੜੀ ਇਹਨਾਂ ਦੀ ਗੁੱਡੀ ਆ ਉਹ 7ਵੇਂ ਸਮਾਨ ਤੇ ਚੜ੍ਹੀ ਰਹੇ। ਸ਼ਾਇਦ ਇਹਨਾਂ ਦੀ ਇੱਛਾ ਪਤਾ ਨਹੀਂ ਹੋਵੇ ਕਿ ਨਾ ਧੁਰੋਂ ਵਾਈਸ ਚਾਂਸਲਰ ਬਣਨ ਦੀ, ਪਰ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਸਿੱਖਿਆ ਆ ਪੰਜਾਬ ਦੀ, ਉਹਨੂੰ ਹੋਰ ਉੱਚਾ ਚੁੱਕਣ ਲਈ, ਉਹ 'ਚ ਹੋਰ ਗੁਣ ਭਰਨ ਲਈ, ਜਾਂ ਉੱਚ ਸਿੱਖਿਆ ਦੇ ਵਿਕਾਸ ਲਈ ਜਿਹੜੀ ਸਾਨੂੰ ਇਹਨਾਂ ਦੀ ਲੋੜ ਆ। ਮੈਂ ਤਾਂ ਪ੍ਰੋਫੈਸਰ ਸਾਹਿਬ ਦੀਆਂ ਗੱਲਾਂ ਸੁਣ ਕੇ ਇਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਇਹਨਾਂ ਦੀ ਜਿਹੜੀ ਸੁਭਾਅ ਆ, ਰੱਬ ਦਾ ਭਾਉ ਮੰਨਣ ਵਾਲਾ, ਚੰਗਾ ਕਰਨ ਵਾਲਾ, ਮੈਂ ਕੋਸ਼ਿਸ਼ ਕਰਾਂਗਾ ਕਿ ਕੁਝ ਇਹਨਾਂ ਤੋਂ ਗ੍ਰਹਿਣ ਕਰਾਂ। ਤੁਹਾਨੂੰ ਪ੍ਰੋਫੈਸਰ ਸਾਹਿਬ ਦੀ ਇੰਟਰਵਿਊ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਜ਼ਰੂਰ ਦੱਸਣਾ। ਅਸੀਂ ਤੁਹਾਡੇ ਹੁੰਗਾਰੇ ਦੀ ਉਡੀਕ ਕਰਾਂਗੇ। ਤੁਸੀਂ ਦੇਖਦੇ ਰਹੋ ਘੈਂਟ ਪੰਜਾਬ। ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ।